ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੈਨ ਸੁਨਨ ਬੋ ਤਬ ਪਇਓ, ਠਹਿਰਿਓ ਅੰਤ ਮਤੰਤ। ਨੈਨਾਤਾ ਹਮ ਲਏ ਹੈ, ਹੰਕਾਰੀ ਕੁਲਵੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ, ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪਹਿ ਤਾਂ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ, ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਪਰਸ ਕੇ ਰੱਬੀ ਬਾਣੀ ਦਾ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦੇ ਦਿਨ 1984 ਚ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਯਤਨ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਸਮੇਂ ਦੀ ਸਰਕਾਰ ਨੇ ਤੋਪਾਂ ਦੇ ਗੋਲੇ ਤੇ ਗੋਲੀਆਂ ਦਾਗੀਆਂ। ਸ਼ਾਂਤੀ ਦੇ ਮਹਾਨ ਮੁਜੱਸਮੇ ਜੋ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਆਪਣੇ ਕਲਾਵੇਂ 'ਚ ਲੈ ਕੇ ਆਪਣੀ ਸ਼ੀਤਲਤਾ ਪ੍ਰਦਾਨ ਕਰਨ ਵਾਲੇ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸਰੂਪ 'ਚ ਅੱਜ ਦੇ ਦਿਨ ਗੋਲੀਆਂ ਦਾਗੀਆਂ ਗਈਆਂ। ਕੇਵਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੇ ਐਸਾ ਹਮਲਾ ਨਹੀਂ ਹੋਇਆ। ਉਸੇ ਸਮੇਂ ਹੋਰ ਵੀ ਗੁਰੂ ਪਾਤਸ਼ਾਹ ਦੇ ਅਨੇਕਾਂ ਇਤਿਹਾਸਕ ਅਸਥਾਨਾਂ ਤੇ ਹਮਲਾ ਕੀਤਾ ਗਿਆ। ਜਿੱਥੇ ਆਪਾਂ ਜੁੜ ਬੈਠੇ ਹਾਂ, ਦੁੱਖ ਨਿਵਾਰਨ ਸਾਹਿਬ ਸਰੋਵਰ ਦੀ ਪਰਿਕਰਮਾ, ਇੱਥੇ ਵੀ ਅਨੇਕਾਂ ਸੰਗਤਾਂ ਜੋ ਦਰਸ਼ਨ ਕਰਨ ਆਈਆਂ, ਤਿਨਾਂ ਦੇ ਲਹੂ ਨਾਲ ਲਹੂ ਲੁਹਾਨ ਕੀਤੀ ਗਈ। ਮਨਸਾ ਇਹ ਸੀ ਕਿ ਇਹਨਾਂ ਨੂੰ ਖਤਮ ਕੀਤਾ ਜਾਏ, ਜ਼ਲੀਲ ਕੀਤਾ ਜਾਏ। ਜਿਹੜੇ ਕਹਿੰਦੇ ਸੀ ਅਸੀਂ ਆਪਣੇ ਆ ਤੁਹਾਡੇ, ਉਹਨਾਂ ਵੱਲੋਂ ਹੀ ਹਮਲਾਵਰ ਹੋ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਤਖਤ ਤੇ ਗੋਲੇ ਦਾਗੇ ਗਏ। ਜਿਨ੍ਹਾਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ, ਜੇ ਪੂਰੇ ਦੇਸ਼ ਭਰ ਦੇ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ 100 ਜਣੇ ਫਾਂਸੀ ਤੇ ਚੜ੍ਹਦੇ, ਤਾਂ ਉਹਨਾਂ 100 ਚੋਂ 90 ਪੰਜਾਬ ਦੀ ਧਰਤੀ ਦੇ ਗੁਰੂ ਕੇ ਲਾਲ, ਗੁਰੂ ਕੇ ਸਿੱਖ ਫਾਂਸੀ ਤੇ ਚੜ੍ਹਦੇ ਰਹੇ। ਜੇ 100 ਨੂੰ ਜਲਾ ਵਤਨ ਹੁੰਦਾ ਤੇ 90 ਸਿੱਖਾਂ ਨੂੰ ਜਲਾ ਵਤਨ ਕੀਤਾ ਜਾਂਦਾ। ਜੇ 100 ਨੂੰ ਉਮਰ ਕੈਦ ਹੁੰਦੀ ਤਾਂ 90 ਉਮਰ ਕੈਦ ਕੱਟਦੇ। ਆਪਣੇ ਹੱਕਾਂ ਨੂੰ ਮੰਗਣ ਵਾਸਤੇ ਜਦੋਂ ਗੱਲ ਕੀਤੀ ਤੇ ਹਮਲਾਵਰ ਹੋ ਕੇ ਸਾਡੇ ਧਰਮ ਸਥਾਨਾਂ ਤੇ ਹਮਲਾ ਕੀਤਾ। ਤੇ ਦਿਨ ਵੀ ਉਹ ਚੁਣਿਆ ਜਿਸ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਕਿ ਸੰਗਤ ਵੱਧ ਹੋਵੇਗੀ ਦਰਬਾਰ ਸਾਹਿਬ, ਜਿੰਨੇ ਜ਼ਿਆਦਾ ਇਕੱਠੇ ਹੋਣਗੇ ਉਨੇ ਜ਼ਿਆਦਾ ਮਾਰੇ ਜਾਣਗੇ। ਨਿੱਕੇ ਨਿੱਕੇ ਬੱਚੇ ਵਿਲਕ ਵਿਲਕ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਅੱਤ ਦੀ ਗਰਮੀ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਡੱਕੀਆਂ ਮਾਤਾਵਾਂ ਭੈਣਾਂ ਨੇ ਆਪਣੀ ਕੁੱਛੜ ਚੁੱਕੇ ਬੱਚਿਆਂ ਦੇ ਮੂੰਹ ਆਪਣੇ ਪਸੀਨਿਆਂ ਦੇ ਨਾਲ ਸਰ ਕੀਤੇ, ਕਿਉਂਕਿ ਪਿਆਸ ਨਾਲ ਬੇਬਲ ਸਨ।
ਉਹਨਾਂ ਮਹਾਨ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਕੋਟि ਕੋਟि ਸਜਦਾ ਪ੍ਰਣਾਮ ਤੇ ਨਮਸਕਾਰ ਹੈ। ਜਿੱਥੇ ਅੱਜ ਜੂਨ 1984 ਦਾ ਸ਼ਹੀਦੀ ਹਮਲੇ ਦਾ ਦਿਨ ਹੈ, ਦਰਬਾਰ ਸਾਹਿਬ ਗੋਲੀਆਂ ਦਾਗਣ ਦਾ ਦਿਨ ਹੈ, ਸੈਂਕੜੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਦਿਨ ਹੈ, ਉੱਥੇ ਅੱਜ ਮਹਾਰਾਜ ਭਗਤ ਕਬੀਰ ਜੀ ਸ਼੍ਰੋਮਣੀ ਭਗਤ ਤਿਨਾਂ ਦਾ ਪਵਿੱਤਰ ਜਨਮ ਦਿਹਾੜਾ ਹੈ। ਵਾਰਾਣਸੀ ਦੀ ਧਰਤੀ ਤੇ, ਬਨਾਰਸ ਦੀ ਧਰਤੀ ਤੇ ਅੱਜ ਦੇ ਦਿਨ ਮਹਾਰਾਜ ਕਬੀਰ ਜੀ ਪ੍ਰਗਟ ਹੋਏ। ਨੀਰੂ ਨਾਮ ਦੇ ਜੁਲਾਏ ਨੇ ਔਰ ਮਾਤਾ ਨੀਮਾ ਬਾਈ ਨੇ ਮਹਾਰਾਜ ਭਗਤ ਕਬੀਰ ਜੀ ਦੀ ਪਰਵਰਿਸ਼ ਕੀਤੀ। ਜਨਮ ਦੇਣ ਵਾਲੇ ਮਾਂ-ਬਾਪ ਨਹੀਂ ਸਨ, ਪਰਵਰਿਸ਼ ਕੀਤੀ। ਪ੍ਰਭੂ ਭਗਤੀ ਕਰਕੇ ਮਹਾਰਾਜ ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹੋ ਨਿਬੜੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ 15 ਮਹਾਂਪੁਰਖਾਂ ਭਗਤਾਂ ਦੀ ਬਾਣੀ ਦਰਜ ਹੈ। ਪਹਿਲੇ ਸਥਾਨ ਤੇ ਮਹਾਰਾਜ ਭਗਤ ਕਬੀਰ ਜੀ ਦੀ ਬਾਣੀ ਦਰਜ ਕੀਤੀ। ਕਬੀਰ ਜੀ ਦੇ ਪਾਵਨ ਜਨਮ ਦਿਹਾੜੇ ਤੇ ਕਬੀਰ ਜੀ ਦੇ ਚਰਨਾਂ ਤੇ ਜਿੱਥੇ ਬਾਰੰਬਾਰ ਨਮਸਕਾਰ, ਉੱਥੇ ਗੁਰੂ ਚਰਨਾਂ 'ਚ ਰਜੋਈ ਤੇ ਅਰਦਾਸ ਹੈ। ਮਹਾਰਾਜ ਆਪਣੇ ਸੂਰਬੀਰ ਭਗਤਾਂ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਾਨੂੰ ਬਲ ਬੁੱਧੀ ਪ੍ਰੇਰਣਾ ਬਖਸ਼ਿਸ਼ ਕਰੋ। ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਗਾਈ ਦੀ ਤਿਆਰੀ ਸੀ। ਦਿੱਲੀ ਤੋਂ ਆਏ ਹੋਏ ਸਿੱਖ ਨੇ ਦਿੱਲੀ ਦੀ ਸੰਗਤ ਦੀ ਜਦੋਂ ਚਿੱਠੀ ਗੁਰੂ ਚਰਨਾਂ 'ਚ ਭੇਟਾ ਕੀਤੀ, ਚਿੱਠੀ ਪੜ੍ਹੀ, ਸਾਰੀ ਸੰਗਤ ਨਾਲ ਗੁਰਮਤਾ ਕੀਤਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੈਸੇ, ਬਾਬਾ ਮਹਾਦੇਵ ਜੀ ਜੈਸੇ ਗੁਰੂ ਘਰਾਂ ਦੇ ਆਨੰਦ ਸੇਵਕਾਂ ਨਾਲ ਵਿਚਾਰ ਹੋਈ ਕਿ ਉਹ ਆਪਣੇ ਆਪ ਨੂੰ ਚੁਬਾਰਾ ਦੱਸਦਾ, ਗੁਰੂ ਘਰ ਨੂੰ ਮੋਹਰੀ ਦੱਸਦਾ। ਉਹਦੀ ਧੀ ਦਾ ਨਾਤਾ ਗੁਰੂ ਘਰ ਨਾਲ ਨਹੀਂ ਹੋਣਾ ਚਾਹੀਦਾ, ਉਹਦਾ ਸੰਬੰਧ ਗੁਰੂ ਘਰ ਨਾਲ ਨਹੀਂ ਜੁੜਨਾ ਚਾਹੀਦਾ, ਉਹਦੀ ਮਲੇਛ ਬਿਰਤੀ ਹੈ। ਜਿਹੜਾ ਅੱਜ ਹੰਕਾਰ ਨਾਲ ਇਦਾਂ ਦੀਆਂ ਗੱਲਾਂ ਕਰਦਾ, ਆਉਣ ਵਾਲੇ ਸਮੇਂ 'ਚ ਜਦੋਂ ਸੰਬੰਧ ਜੁੜਿਆ ਖਬਰੇ ਕੀ ਕਰੇਗਾ। ਇਹਦੇ ਨਾਲੋਂ ਚੰਗਾ ਹੈ ਹੁਣੇ ਹੀ ਉਹਨੂੰ ਕਿਨਾਰੇ ਕਰ ਦਿੱਤਾ ਜਾਏ। ਇੱਕਦਮ ਸਾਰੀ ਸੰਗਤ ਵਿੱਚ ਨਮੋਸ਼ੀ ਛਾ ਗਈ। ਜਿਹੜੀ ਖੁਸ਼ੀ ਸੀ, ਮੰਗਲਾਚਾਰ ਹੋ ਰਹੇ ਸਨ, ਇੱਕਦਮ ਉਦਾਸੀ ਛਾ ਗਈ। ਵੱਜਣ ਵਾਲੇ ਸਾਜ਼ ਬੰਦ ਹੋ ਗਏ। ਹੈਰਾਨ ਨੇ ਵੀ ਆਹ ਕੀ ਖੇਡ ਵਰਤ ਗਈ। ਜਿਹੜਾ ਚੰਦੂ ਦਾ ਲਾਗੀ ਆਇਆ ਸੀ, ਉਹ ਕਹਿੰਦਾ ਮਹਾਰਾਜ ਚੰਦੂ ਦਾ ਘਰ ਬੜਾ ਵੱਡਾ ਘਰ ਹੈ, ਤੁਸੀਂ ਉਹਦੇ ਨਾਲ ਸੰਬੰਧ ਜੋੜ ਲਓ। ਧੀਆਂ ਵਾਲਿਆਂ ਦੇ ਸਿਰ ਤਾਂ ਨੀਵੇਂ ਹੀ ਹੁੰਦੇ। ਮਹਾਰਾਜ ਜੀ ਕਹਿਣ ਲੱਗੇ ਜੇ ਵੱਡਾ ਤੇ ਉਹ ਵੱਡਾ ਘਰ ਆਪਣੇ ਵਰਗਾ ਚੁਬਾਰੇ ਵਾਲਾ ਲੱਭ ਲਵੇ, ਚੁਬਾਰੇ ਚੁਬਾਰੇ 'ਚ ਟੱਕਰਾਂ ਮਾਰਨ। ਗੁਰੂ ਘਰ ਜੇ ਨਿਮਾਣਾ ਹੈ, ਨਿਮਾਣਿਆਂ ਨੂੰ ਮਾਣ ਦੇਣ ਵਾਲਾ, ਇੱਥੇ ਜਿਹੜਾ ਕੋਈ ਨਿਮਰਤਾ ਨਾਲ ਹਲੀਮੀ ਨਾਲ ਆਵੇਗਾ ਉਹਨੂੰ ਸਵੀਕਾਰ ਕਰ ਲਵਾਂਗੇ। ਇਹ ਕਹਿ ਕੇ ਸਤਿਗੁਰੂ ਚੁੱਪ ਕਰ ਗਏ। ਸਾਰੀ ਸੰਗਤ ਵੀ ਚੁੱਪ ਤੇ ਸ਼ਾਂਤ ਬੈਠੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸਗਾਈ ਦਾ ਤਿਲਕ ਲੈਣ ਵਾਸਤੇ ਚੌਂਕੀ ਤੇ ਬੈਠੇ ਹੋਏ ਸੀ ਸਜੇ। ਆਓ ਇੱਥੋਂ ਅਗਲੇਰੀ ਕਥਾ ਮਨ ਬਿਰਤੀਆਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਕੇ ਸਰਵਣ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ 'ਚ ਆਪਣੀ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੈਨ ਸੁਨਨ ਬੋ ਤਬ ਪਇਓ, ਠਹਿਰਿਓ ਅੰਤ ਮਤੰਤ। ਬਹੁਤ ਸਾਰੀਆਂ ਗੱਲਾਂ ਕਈਆਂ ਸੁਣੀਆਂ ਗਈਆਂ, ਵਿਚਾਰਾਂ ਹੋਈਆਂ। ਗੁਰਸਿੱਖਾਂ ਦੇ ਨਾਲ ਵੀ ਮਹਾਰਾਜ ਜੀ ਨੇ ਵਿਚਾਰ ਕੀਤੀ। ਜਿਹੜੇ ਲਾਗੀ ਆਏ ਸਨ ਉਹਨਾਂ ਨੇ ਵੀ ਬਹੁਤ ਕੁਝ ਕਿਹਾ, ਬੇਨਤੀਆਂ ਕੀਤੀਆਂ, ਆਪਣੇ ਵੱਲੋਂ ਵਿਚਾਰਾਂ ਪੇਸ਼ ਕੀਤੀਆਂ। ਅਖੀਰ ਨੂੰ, ਅੰਤ ਨੂੰ ਇਹ ਮਤਾ
ਪਾਸ ਹੋਇਆ ਸਾਰੀ ਸੰਗਤ ਵਿੱਚ ਨੈਨਾਤਾ ਹਮ ਲਈਐ ਹੰਕਾਰੀ ਕੁਲਵੰਤ। ਕਿ ਜਿਹੜੇ ਪਾਪੀ ਚੰਦੂ ਨੂੰ ਆਪਣੀ ਕੁਲ ਦਾ ਹੰਕਾਰ ਹੈ, ਆਪਣੇ ਰੁਤਬੇ ਦਾ ਹੰਕਾਰ ਹੈ, ਆਪਣੇ ਧਨ ਦਾ ਹੰਕਾਰ ਹੈ, ਉਹਦੀ ਲੜਕੀ ਦਾ ਰਿਸ਼ਤਾ ਅਸੀਂ ਨਹੀਂ ਲੈਣਾ, ਕਿਉਂਕਿ ਹੰਕਾਰਿਆ ਹੋਇਆ, ਹਾਲੇ ਰਿਸ਼ਤਾ ਜੁੜਿਆ ਨਹੀਂ ਤੇ ਇਦਾਂ ਦੀਆਂ ਗੱਲਾਂ ਕਰਦਾ, ਜੇ ਜੁੜ ਗਿਆ ਖਬਰੇ ਕੀ ਕਰੇਗਾ। ਇਹ ਤਾਂ ਸੁਭਾਵਿਕ ਹੀ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਸਮੇਤ ਇਹ ਮਤਾ ਕੀਤਾ ਕਿ ਇਸ ਹੰਕਾਰੀ ਚੰਦੂ ਦੀ ਲੜਕੀ ਦਾ ਰਿਸ਼ਤਾ ਅਸੀਂ ਨਹੀਂ ਲੈਣਾ। ਚੌਪਈ ਦਿਜਨਾਈ ਸੁਨ ਜੁਗਲ ਬਿਸੂਰਤ। ਚੰਦੂ ਦੇ ਭੇਜੇ ਜਿਹੜੇ ਨਾਈ ਆਏ ਸਨ, ਮਰਾਸ਼ੀ ਆਏ ਸਨ ਤੇ ਜਿਹੜਾ ਬ੍ਰਾਹਮਣ ਆਇਆ ਸੀ, ਉਹ ਸਾਰੇ ਝੂਰਦੇ ਨੇ ਸੁਣ ਕੇ ਇਹ ਤਾਂ ਬਹੁਤ ਮਾੜਾ ਹੋਇਆ। ਬ੍ਰਾਹਮਣ ਸੋਚਦਾ ਵੀ ਜਦੋਂ ਟੁਰੇ ਸੀ ਉਦੋਂ ਹੀ ਮਾੜੇ ਸ਼ਗਨ ਦਿਸਦੇ ਸੀ, ਸ਼ਾਇਦ ਇਸੇ ਕਰਕੇ ਇਹ ਸੰਕੇਤ ਮਿਲਦਾ ਸੀ। ਬਹੁਤ ਜ਼ਿਆਦਾ ਦੋਵੇਂ ਝੂਰੇ ਹਨ। ਜਨ ਚਿੰਤਾ ਏ ਧਾਰੀ ਮੂਰਤ। ਨਾਈ ਤੇ ਬ੍ਰਾਹਮਣ ਦੋਵੇਂ ਏਦਾਂ ਝੂਰ ਰਹੇ ਨੇ ਮਾਨੋ ਜਿਵੇਂ ਚਿੰਤਾ ਨਹੀਂ ਦੋ ਮੂਰਤੀਆਂ ਧਾਰਨ ਕੀਤੀਆਂ ਹੋਣ, ਕਿ ਹੁਣ ਅਸੀਂ ਕੀ ਜਾ ਕੇ ਕਵਾਂਗੇ ਚੰਦੂ ਨੂੰ, ਕੀ ਗੱਲਬਾਤ ਸੁਣਾਵਾਂਗੇ। ਮਨ ਵਿੱਚ ਬਹੁਤ ਜ਼ਿਆਦਾ ਝੂਰਦੇ ਨੇ ਮਾਨੋ ਦੋ ਮੂਰਤੀਆਂ ਚਿੰਤਾ ਨਹੀਂ ਧਾਰਨ ਕੀਤੀਆਂ ਹੋਈਆਂ। ਕਹਿ ਬੋਰਈ ਨਹੀਂ ਗੁਰਮਾਨੀ। ਇਹਨਾਂ ਨੇ ਬਥੇਰਾ ਕਿਹਾ ਪਰ ਸਤਿਗੁਰੂ ਜੀ ਨੇ ਨਹੀਂ ਮੰਨੀ। ਮਹਾਰਾਜ ਜੀ ਕਹਿੰਦੇ ਸੰਗਤ ਦਾ ਫੈਸਲਾ ਹੈ, ਗੁਰਸਿੱਖਾਂ ਦਾ ਫੈਸਲਾ ਹੈ, ਸੰਗਤ ਦੀ ਬੇਨਤੀ ਹੈ, ਹੁਣ ਅਸੀਂ ਇਹ ਨਹੀਂ ਮੋੜ ਸਕਦੇ, ਕਿਉਂਕਿ ਸੰਗਤ ਵਿੱਚ ਪਰਮੇਸ਼ਰ ਵਸਦਾ। ਜੋ ਸੰਗਤ ਨੇ ਫੈਸਲਾ ਕਰ ਲਿਆ ਉਹ ਸਾਨੂੰ ਪ੍ਰਵਾਨ ਹੈ। ਹੁਣ ਅਸੀਂ ਇਹ ਕਦਾਈ ਵੀ ਰਿਸ਼ਤਾ ਪ੍ਰਵਾਨ ਨਹੀਂ ਕਰ ਸਕਦੇ। ਕਹਿ ਬੋ ਸੰਗਤ ਕੋ ਪ੍ਰਿਯ ਜਾਨੀ। ਮਹਾਰਾਜ ਜੀ ਨੇ ਸੰਗਤ ਦਾ ਕਹਿਣਾ ਪਿਆਰਾ ਜਾਣਿਆ, ਇਹ ਨਹੀਂ ਪ੍ਰਵਾਹ ਕੀਤੀ ਵੀ ਆਉਣ ਵਾਲੇ ਸਮੇਂ 'ਚ ਬਹੁਤ ਸਮੱਸਿਆਵਾਂ ਚੰਦੂ ਨੇ ਪੈਦਾ ਕਰਨੀਆਂ ਨੇ, ਜਾਣਦੇ ਸੀ। ਪਰ ਸੰਗਤ ਨੇ ਜਿਹੜੀ ਬੇਨਤੀ ਕੀਤੀ, ਸੰਗਤ ਦਾ ਜਿਹੜਾ ਕਹਿਣਾ ਸੀ, ਉਹ ਸਤਿਗੁਰੂ ਜੀ ਨੇ ਪਿਆਰਾ ਕਰਕੇ ਮੰਨਿਆ। ਜਬ ਸ਼੍ਰੀ ਅਰਜਨ ਏਵ ਉਚਾਰਾ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਚੀ ਆਵਾਜ਼ ਵਿੱਚ ਇਹ ਬਚਨ ਆਪਣੇ ਮੁਖੋਂ ਉਚਾਰਨ ਕੀਤੇ ਸਨ, ਹਮੇ ਮਿਲੇ ਕੋ ਨਿਰਹੰਕਾਰਾ। ਕਿ ਸਾਨੂੰ ਤਾਂ ਕੋਈ ਉਹ ਮਿਲੇਗਾ ਜਿਹੜਾ ਹੰਕਾਰ ਰਹਿਤ ਹੋਵੇਗਾ। ਮਹਾਰਾਜ ਜੀ ਨੇ ਬਚਨ ਕਹੇ ਸੀ ਨਾ ਵੀ ਉਹ ਚੁਬਾਰੇ ਚ ਮਾਰੇ ਟੱਕਰਾਂ, ਸਾਨੂੰ ਤਾਂ ਕੋਈ ਨਿਰਹੰਕਾਰ ਹੀ ਮਿਲੇਗਾ। ਜਿਸ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਇਹ ਬਚਨ ਆਪਣੇ ਮੁਖੋਂ ਕਹੇ, ਡੱਲੇ ਕੀ ਵਾਸੀ ਸਿੱਖ ਬੈਸੇ। ਖਾਲਸਾ ਜੀ ਡੱਲੇ ਨਗਰ ਦੇ ਰਹਿਣ ਵਾਲੇ ਕੁਝ ਗੁਰਸਿੱਖ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਤੇ ਬੈਠੇ ਸੀ। ਸੁਲਤਾਨਪੁਰ ਸਾਹਿਬ ਦੇ ਲਾਗੇ ਮਹਾਨ ਨਗਰ ਹੈ ਡੱਲਾ। ਇਹ ਐਸਾ ਪਵਿੱਤਰ ਨਗਰ ਰਿਹਾ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ। ਇਸ ਨਗਰ 'ਚ ਬਹੁਤ ਗੁਰਸਿੱਖੀ ਵਧੀ ਫੁੱਲੀ। ਮਹਾਰਾਜ ਜੀ ਦੇ ਸਮੇਂ 72 ਬ੍ਰਹਮ ਗਿਆਨੀ ਇਸ ਨਗਰ ਵਿੱਚ ਹੋਏ ਡੱਲੇ ਪਿੰਡ 'ਚ। ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਸਮੇਂ, ਜਿਨ੍ਹਾਂ 'ਚੋਂ ਇੱਕ ਭਾਈ ਪਾਰੋ ਜੀ ਪਰਮਹੰਸ ਮਹਾਂਪੁਰਖ ਸਨ। ਭਾਈ ਮਾਲੋ ਜੀ, ਭਾਈ ਮੰਗਾ ਜੀ ਵਰਗੇ ਬੜੇ ਬੜੇ ਨਾਮ ਰਸੀਏ ਗੁਰਸਿੱਖ ਡੱਲੇ ਨਗਰ ਦੇ ਵਿੱਚ ਆਤਮ ਗਿਆਨੀ ਗੁਰਸਿੱਖ ਹੋਏ। ਉਹ ਡੱਲੇ ਨਗਰ ਤੋਂ ਕੁਝ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਗੁਰੂ ਚਰਨਾਂ ਵਿੱਚ ਹਾਜ਼ਰ ਸਨ। ਸੁਨਿਓ ਬਖਾਨਿਓ ਸਤਿਗੁਰ ਜੈਸੀ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਕੋਈ ਨਿਰਹੰਕਾਰ ਸਿੱਖ ਸਾਨੂੰ ਆ ਮਿਲੇਗਾ ਆਪੇ, ਕਿਸੇ ਨਿਮਾਣੇ ਸਿੱਖ ਨੂੰ ਗੁਰੂ ਘਰ ਵਿੱਚ ਆਪੇ ਮਾਣ ਪ੍ਰਾਪਤ ਹੋ ਜਾਏਗਾ, ਇਹ ਸਾਰੇ ਬਚਨ ਜਦੋਂ ਸੰਗਤ ਨੇ ਸੁਣੇ, ਸ਼੍ਰੀ ਗੁਰੂ ਅਮਰਦਾਸ ਕੇ ਪਾਸ। ਖਾਲਸਾ ਜੀ ਉਹਨਾਂ ਸਿੱਖਾਂ ਵਿੱਚੋਂ ਇੱਕ ਗੁਰਸਿੱਖ ਬੈਠੇ ਸਨ, ਭਾਈ ਨਰੈਣ ਦਾਸ ਜੀ। ਇਹ ਕੌਣ ਸੀ? ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਡੱਲੇ ਪਿੰਡ ਦੇ ਰਹਿਣ ਵਾਲੇ ਇੱਕ ਪਰਮਹੰਸ ਜੁਲਕਾ ਗੋਤਰ ਦੇ ਧਾਰਨੀ ਮਹਾਂਪੁਰਖ ਹੋਏ ਭਾਈ ਪਾਰੋ ਜੀ ਜੁਲਕਾ। ਇੰਨੀ ਉੱਚੀ ਅਵਸਥਾ ਸੀ ਭਾਈ ਪਾਰੋ ਦੀ ਕਿ ਇੱਕ ਦਿਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਭਾਈ ਪਾਰੋ ਜੀ ਸਾਡਾ ਚਿੱਤ ਕਰਦਾ ਗੁਰਿਆਈ ਤੁਹਾਨੂੰ ਦੇ ਦਈਏ। ਤੇ ਅੱਗੋਂ ਭਾਈ ਪਾਰੋ ਜੀ ਇੰਨੀ ਨਿਮਰਤਾ ਵਾਲੇ ਸਨ, ਕਹਿਣ ਲੱਗੇ ਮਹਾਰਾਜ ਮੈਨੂੰ ਆਪਣੀ ਸਿੱਖੀ ਦਾ ਹੀ ਦਾਨ ਬਖਸ਼ੋ, ਗੁਰਿਆਈ ਆਪ ਜੀ ਨੂੰ ਹੀ ਸੋਭਦੀ ਹੈ।
ਤੋ ਐਸੇ ਮਹਾਂਪੁਰਖ ਸਨ ਜੋ ਡੱਲੇ ਦੇ ਰਹਿਣ ਵਾਲੇ ਸਨ। ਪਾਈ ਪਾਰੋ ਭਇਓ ਪ੍ਰਕਾਸ਼। ਮਹਾਨ ਗੁਰਸਿੱਖਾਂ ਵਿੱਚ ਜਿਨ੍ਹਾਂ ਦੇ ਕਹਿਣ ਤੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਮਨਾਇਆ ਜਾਂਦਾ ਨਾ, ਇਹ ਸਲਾਹ ਭਾਈ ਪਾਰੋ ਜੀ ਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤੀ ਸੀ। ਗੋਇੰਦਵਾਲ ਸਾਹਿਬ ਮਹਾਰਾਜ ਆਪਾਂ ਕੋਈ ਪੁਰਬ ਜੋੜ ਮੇਲਾ ਮਨਾਇਆ ਕਰੀਏ ਕਿ ਜਿਹਦੇ ਵਿੱਚ ਦੂਰੋਂ ਦਰੇਡਿਓਂ ਦੇਸ਼ਾਂ ਵਿਦੇਸ਼ਾਂ ਚੋਂ ਸੰਗਤ ਆਵੇ ਤੇ ਆਪਸ ਵਿੱਚ ਸੰਗਤ ਦਾ ਮੇਲ ਮਿਲਾਪ ਹੋਵੇ। ਹੁਣ ਸੰਗਤ ਅੱਗੇ ਪਿੱਛੇ ਆਉਂਦੀ, ਕੋਈ ਮੱਸਿਆ ਨੂੰ ਆ ਗਿਆ, ਕੋਈ ਪੁੰਨਿਆ ਨੂੰ, ਕੋਈ ਸਕਰਾਂਦ ਨੂੰ, ਤੇ ਸਿੱਖਾਂ ਦਾ ਆਪਸੀ ਮੇਲ ਮਿਲਾਪ ਨਹੀਂ ਹੁੰਦਾ। ਕੋਈ ਇੱਕ ਦਿਨ ਮੁਕਰਰ ਕਰ ਲਈਏ ਜਿਸ ਦਿਨ ਸਾਰੀ ਸੰਗਤ ਆਵੇ, ਦੇਸ਼ਾਂ ਵਿਦੇਸ਼ਾਂ ਚੋਂ ਸਿੱਖਾਂ ਦੀ ਆਪਸੀ ਸਾਂਝ ਪਵੇ। ਤੇ ਮਹਾਰਾਜ ਜੀ ਨੇ ਆਖਿਆ ਭਾਈ ਪਾਰੋ ਜੀ ਇਹ ਤਾਂ ਬਹੁਤ ਵਧੀਆ ਵਿਚਾਰ ਹੈ, ਦੱਸੋ ਕਿਹੜਾ ਦਿਨ ਮਨਾਇਆ ਕਰੀਏ। ਤੇ ਭਾਈ ਪਾਰੋ ਜੀ ਨੇ ਕਿਹਾ ਮਹਾਰਾਜ ਵਿਸਾਖੀ ਦਾ ਪੁਰਬ ਮਨਾ ਲਿਆ ਕਰੀਏ। ਤੋ ਭਾਈ ਪਾਰੋ ਜੀ ਉਹ ਮਹਾਨ ਗੁਰਸਿੱਖ ਸਨ ਜੋ ਡੱਲੇ ਨਗਰ ਦੇ ਰਹਿਣ ਵਾਲੇ ਸਨ। ਜਨਮਿਓ ਤਿਸ ਕੀ ਬੰਸ ਮਜਾਰੀ। ਭਾਈ ਪਾਰੋ ਜੀ ਦੀ ਬੰਸ ਵਿੱਚ ਉਹਨਾਂ ਦੇ ਘਰ ਇੱਕ ਮਹਾਨ ਤਤਵੇਤਾ ਮਹਾਂਪੁਰਖਾਂ ਨੇ ਜਨਮ ਲਿਆ। ਨਾਮ ਨਰਾਇਣ ਦਾਸ ਉਚਾਰੀ। ਜਿਨ੍ਹਾਂ ਦਾ ਨਾਮ ਸੀ ਭਾਈ ਨਰਾਇਣ ਦਾਸ ਜੀ। ਭਾਈ ਨਰਾਇਣ ਦਾਸ ਜੀ ਭਾਈ ਪਾਰੋ ਜੀ ਦੀ ਅੰਸ਼ ਵੰਸ਼ ਵਿੱਚੋਂ ਉਹਨਾਂ ਦੇ ਸਾਹਿਬਜ਼ਾਦੇ ਸਨ। ਕਿਰਪਾ ਦ੍ਰਿਸ਼ਟ ਸਿੱਖਨ ਦਿਸ਼ ਜਾਨੀ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਦ੍ਰਿਸ਼ਟੀ ਸਿੱਖਾਂ ਤੇ ਕੀਤੀ, ਸਿੱਖਾਂ ਨੇ ਵੇਖਿਆ, ਭਾਈ ਨਰਾਇਣ ਦਾਸ ਜੀ ਨੇ ਮਹਿਸੂਸ ਕੀਤਾ ਕਿ ਪੰਜਵੇਂ ਪਾਤਸ਼ਾਹ ਆਪਣਿਆਂ ਸਿੱਖਾਂ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ। ਨਿਜ ਮਨ ਮੈਂ ਗਿਣਤੀ ਤਬ ਠਾਨੀ। ਭਾਈ ਨਰਾਇਣ ਦਾਸ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ, ਜਦੋਂ ਗੁਰਦੇਵ ਨੇ ਬਚਨ ਕਹੇ ਨਾ ਵੀ ਸਾਨੂੰ ਤਾਂ ਕੋਈ ਨਿਰਹੰਕਾਰੀ ਸਿੱਖ ਆ ਮਿਲੇਗਾ, ਕਿਸੇ ਨਿਮਾਣੇ ਸਿੱਖ ਨੂੰ ਗੁਰੂ ਘਰ 'ਚ ਮਾਣ ਮਿਲ ਜਾਏਗਾ, ਸੰਬੰਧ ਉਹਦਾ ਜੁੜ ਜਾਏਗਾ। ਇਹ ਸਾਰੀਆਂ ਗੱਲਾਂ ਸੁਣ ਕੇ ਭਾਈ ਨਰਾਇਣ ਦਾਸ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ। ਸੁਤਾ ਸਪਤ ਸੰਮਤ ਕੀ ਮੇਰੀ। ਡੱਲਾ ਨਿਵਾਸੀ ਭਾਈ ਨਰਾਇਣ ਦਾਸ ਜੀ ਮਨ 'ਚ ਸੋਚਦੇ ਨੇ ਕਿ ਮੇਰੇ ਘਰ ਵਿੱਚ ਵੀ ਸਾਹਿਬਾਂ ਦੀ ਦਿੱਤੀ ਇੱਕ ਪੁੱਤਰੀ ਹੈ ਜਿਹਦੀ ਉਮਰ 7 ਸਾਲ ਦੀ ਹੈ। ਨਾਤਾ ਦਿਓ ਜਿਨੇ ਗੁਰ ਫੇਰੀ। ਸੋਚਦੇ ਨੇ ਕਿਉਂ ਨਾ ਮੈਂ ਆਪਣੀ ਧੀ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਦਾਸੀ ਬਣਾਵਾਂ, ਨਾਤਾ ਮਹਾਰਾਜ ਜੀ ਨਾਲ ਜੋੜਦੇ ਆ। ਪਰ ਜੇ ਸਤਿਗੁਰੂ ਜੀ ਨਾ ਮੋੜਨ ਤਾਂ ਮਨ 'ਚ ਸੋਚਦੇ ਆ ਵੀ ਕਿਤੇ ਮੋੜ ਨਾ ਦੇਣ, ਮੈਂ ਆਪਣੀ ਧੀ ਦਾ ਰਿਸ਼ਤਾ ਦੇ ਦੇਵਾਂ। ਨਿਰਹੰਕਾਰ ਗਰੀਬ ਜੇ ਹੋਏ। ਕਿਉਂਕਿ ਸਤਿਗੁਰੂ ਜੀ ਨੇ ਵੀ ਬਚਨ ਕਹੇ ਨੇ ਵੀ ਕੋਈ ਨਿਰਹੰਕਾਰ ਨਿਮਾਣਾ ਸਿੱਖ ਜਿਹੜਾ ਆਵੇਗਾ ਗੁਰੂ ਸ਼ਰਨ ਵਿੱਚ, ਦੇ ਨਾਤਾ ਹਮ ਲੈ ਸੋਏ। ਉਹ ਜਦੋਂ ਆਪਣੇ ਨਾਤਾ ਗੁਰੂ ਘਰ ਵਿੱਚ ਜੋੜੇਗਾ ਤੇ ਉਹਦਾ ਨਾਤਾ ਅਸੀਂ ਕਬੂਲ ਕਰਾਂਗੇ, ਪ੍ਰਵਾਨ ਕਰਾਂਗੇ। ਇਮ ਸ਼੍ਰੀ ਗੁਰ ਨੇ ਬਾਕ ਬਖਾਨਾ। ਇਹ ਬਚਨ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖੇ ਨੇ, ਕਹੇ ਨੇ। ਸਫਲੇ ਸੋਏ ਹੋਏ ਨਹਾਨਾ। ਤੇ ਜੇ ਗੁਰਦੇਵ ਨੇ ਬਚਨ ਕਹੇ ਨੇ ਤੇ ਫਿਰ ਇਹ ਜ਼ਰੂਰ ਸਫਲ ਹੋਣਗੇ, ਇਹ ਬਚਨ ਜ਼ਰੂਰ ਅਵਸ਼ ਸੱਚ ਹੋਣਗੇ। ਕਉ ਅਬੇ ਵਿੱਚ ਸਕਲ ਸਮਾਜਾ। ਸੋਚਿਆ ਕਿ ਹੁਣ ਤਾਂ ਸਮਾਜ ਰਚਿਆ ਹੋਇਆ, ਸੰਗਤ ਬੈਠੀ ਹੋਈ ਹੈ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਚੌਂਕੀ ਤੇ ਬੈਠੇ ਨੇ, ਸਗਾਈ ਦੇ ਤਿਲਕ ਤੋਂ ਬਿਨਾਂ ਉੱਠਣ ਇਹ ਨਹੀਂ ਸੋਭਦਾ। ਮੇਰੇ ਕੋਈ ਅਹੋ ਭਾਗ ਸਵੱਲੇ ਭਾਗ ਜਾਗਣ ਤੇ ਮੇਰਾ ਗੁਰੂ ਘਰ ਨਾਲ ਨਾਤਾ ਜੁੜ ਜੇ, ਮੇਰੀ ਧੀ ਛੇਵੇਂ ਪਾਤਸ਼ਾਹ ਦੇ ਚਰਨਾਂ ਦੀ ਦਾਸੀ ਬਣੇ, ਜਗਤ ਮਾਤਾ ਹੋ ਕੇ ਸੰਸਾਰ ਦੀ ਪੂਜਨੀਕ ਹੋਵੇ। ਤੇ ਹੁਣੇ ਮੈਂ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਾਂ ਜੇ ਪ੍ਰਵਾਨ ਕਰ ਲੈਣ। ਸ਼੍ਰੀ ਸਤਿਗੁਰ ਰਾਖੀ ਮਮ ਲਾਜਾ। ਸੋਚਿਆ ਜੇ ਬੇਨਤੀ ਕਰਾਂਗਾ ਤੇ ਸਤਿਗੁਰੂ ਜੀ ਮੇਰੀ ਲਾਜ ਰੱਖਣਗੇ। ਮਹਾਰਾਜ ਆਪਣਿਆਂ ਸੇਵਕਾਂ ਦੀ ਲਾਜ ਰੱਖਦੇ ਨੇ, ਆਪਣਿਆਂ ਸੇਵਕਾਂ ਦੀ ਬੇਨਤੀ ਪ੍ਰਵਾਨ ਕਰਦੇ ਨੇ। ਇਸ ਜਗ ਮੈਂ ਤੂੰ ਆਏ ਸੋਏਲੀ। ਇਸ ਜਗਤ ਵਿੱਚ ਤਾਂ ਸਤਿਗੁਰੂ ਜੀ ਨੇ ਮੇਰੀ ਲੱਜਾ ਰੱਖਣੀ ਹੈ। ਵਿੱਚ ਪਰਲੋਕ ਕੀ ਰਖਨ ਦੁਏਲੀ। ਔਖਾ ਕੰਮ ਤਾਂ ਹੁੰਦਾ ਪਰਲੋਕ ਦੇ ਵਿੱਚ ਲੱਜਾ ਰੱਖੀ ਜਾਵੇ। ਰਾਖੀ ਤਾਂ ਸਹਾਇਕ ਹੋਏ। ਤੇ ਸਤਿਗੁਰੂ ਜੀ ਤਾਂ ਆਪਣੇ ਸੇਵਕਾਂ ਦੀ ਪਰਲੋਕ ਵਿੱਚ ਜਿੱਥੇ ਲੱਜਾ ਰੱਖਣੀ ਔਖੀ ਹੁੰਦੀ ਹੈ, ਉੱਥੇ ਵੀ ਸਹਾਇਕ ਹੋ ਕੇ ਪਰਲੋਕ 'ਚ ਆਪਣੇ ਸੇਵਕਾਂ ਦੀ ਲੱਜਾ ਰੱਖ ਲੈਂਦੇ ਨੇ। ਬਿਦਤ ਬਾਤ ਕੁਛ ਛਪੀ ਨਾ ਸੋਏ। ਇਹ ਗੱਲ ਸਾਰੇ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ, ਛੁਪੀ ਨਹੀਂ ਹੋਈ।
ਕਿ ਮਹਾਰਾਜ ਆਪਣੇ ਸੇਵਕਾਂ ਦੀ ਲੱਜਾ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਰੱਖਦੇ ਨੇ। ਜਾਂ ਤੇ ਸਤਿਗੁਰ ਪਰ ਪਰਵਾਸਾ, ਮਹਾਰਾਜ ਜੀ ਦੇ ਉੱਤੇ ਮੇਰੇ ਮਨ 'ਚ ਪ੍ਰਵਾਸਾ ਹੈ, ਮੇਰੇ ਮਨ 'ਚ ਯਕੀਨ ਹੈ ਕਿ ਸਤਿਗੁਰਾਂ ਦੇ ਚਰਨਾਂ 'ਚ ਜਦੋਂ ਮੈਂ ਬੇਨਤੀ ਕਰਾਂਗਾ ਤੇ ਮਹਾਰਾਜ ਮੇਰੀ ਆਸ ਪੂਰਨ ਕਰਨਗੇ, ਮੇਰੀ ਲਾਜ ਰੱਖਣਗੇ। ਪੂਰਨ ਕਰੇ ਮੋਏ ਮਮ ਆਸਾ, ਮੇਰੇ ਮਨ ਦੀ ਆਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਨ ਕਰਨਗੇ। ਭਾਈ ਪਾਰੋ ਕੋ ਬਰ ਪਇਓ, ਨਾਲੇ ਬ੍ਰਹਮ ਗਿਆਨੀ ਭਾਈ ਪਾਰੋ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਵਰ ਬਖਸ਼ਿਆ ਸੀ। ਪਿੱਛੇ ਕਥਾ ਆਈ ਹੈ ਕਿ ਇੱਕ ਦਿਨ ਭਾਈ ਪਾਰੋ ਜੀ ਨਾਲ ਬਚਨ ਬਿਲਾਸ ਕਰਦਿਆਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ ਸਨ। ਸ੍ਰੀ ਗੁਰੂ ਅਮਰਦਾਸ ਜੀ ਦਇਓ, ਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਵਡੇਰੇ ਭਾਈ ਪਾਰੋ ਜੀ ਨੂੰ ਇਹ ਵਰ ਬਖਸ਼ਿਆ ਸੀ ਗੁਰ ਘਰ ਸੋ ਤੁਵ ਕੁਲ ਕੋ ਨਾਤਾ, ਕਿ ਭਾਈ ਪਾਰੋ ਤੇਰੀ ਕੁਲ ਦਾ ਨਾਤਾ ਸਾਡੇ ਘਰ ਨਾਲ ਗੁਰੂ ਘਰ ਨਾਲ ਜੁੜੇਗਾ। ਇਹ ਬਚਨ ਗੁਰੂ ਅਮਰਦਾਸ ਸਾਹਿਬ ਨੇ ਭਾਈ ਪਾਰੋ ਜੀ ਨੂੰ ਕਹੇ ਸਨ ਕਿ ਤੁਹਾਡਾ ਗੁਰੂ ਕੁਲ ਦੇ ਨਾਲ ਨਾਤਾ ਜੁੜੇਗਾ, ਸੰਬੰਧ ਜੁੜੇਗਾ। ਹੋਏ ਹੈ ਆਗੇ ਜਗ ਬਖਿਆਤਾ, ਆਉਣ ਵਾਲੇ ਸਮੇਂ 'ਚ ਬਚਨ ਸਾਡਾ ਜਗਤ ਵਿੱਚ ਪ੍ਰਗਟ ਹੋਵੇਗਾ, ਸਾਰੀ ਸੰਗਤ ਵਿੱਚ ਪ੍ਰਗਟ ਹੋਵੇਗਾ। ਸੋ ਅਬ ਸਮਾ ਆਨ ਕਰ ਹੋਵਾ, ਭਾਈ ਨਰਾਇਣ ਦਾਸ ਜੀ ਸੋਚਦੇ ਨੇ ਕਿ ਜਾਪਦਾ ਗੁਰੂ ਅਮਰਦਾਸ ਸਾਹਿਬ ਦੇ ਕਹੇ ਹੋਏ ਉਹ ਬਚਨ ਅੱਜ ਪੂਰੇ ਹੋਣ ਦਾ ਵੇਲਾ ਆ ਗਿਆ। ਅੱਜ ਉਹ ਸਮਾਂ ਆ ਗਿਆ ਜੋ ਵੱਡਿਆਂ ਸਤਿਗੁਰਾਂ ਦੇ ਕਹੇ ਬਚਨ ਸਨ ਉਹ ਪੂਰੇ ਹੋਣਗੇ। ਉਚਿਤ ਹੀ ਮੰਡਲ ਮੈਂ ਜੋਵਾ, ਅਚਾਨਕ ਹੀ ਇਹ ਸਾਰੀ ਵਿਧ ਬਣ ਗਈ, ਨਹੀਂ ਤਾਂ ਇਹ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਮੈਂ ਸਤਿਗੁਰਾਂ ਨੂੰ ਏਦਾਂ ਬੇਨਤੀ ਕਰਾਂਗਾ, ਕਿਉਂਕਿ ਇੱਥੇ ਤਾਂ ਚੰਦੂ ਦੀ ਲੜਕੀ ਦਾ ਨਾਤਾ ਹੋਣਾ ਸੀ। ਪਰ ਇਹ ਅਚਾਨਕ ਹੀ ਸਾਰੀ ਵਿਧ ਆਪਣੇ ਆਪ ਹੀ ਆਣ ਪ੍ਰਗਟ ਹੋਈ ਹੈ। ਇਤਿਆਦਿਕ ਬੋਰੀ ਦੇ ਵਿਚਾਰਾ, ਇਹ ਬਹੁਤ ਸਾਰੀਆਂ ਗੱਲਾਂ ਭਾਈ ਨਰਾਇਣ ਦਾਸ ਜੀ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰੀਆਂ ਨੇ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਆਪਣੇ ਹਿਰਦੇ 'ਚ ਕੀਤੀ ਹੈ। ਸਾਰ ਅਸਾਰ ਕਰਿਓ ਨਿਰਤਾਰਾ, ਸਾਰ ਅਸਾਰ ਸਭ ਨਿਰਣਾ ਕੀਤਾ, ਚੰਗੀ ਤਰ੍ਹਾਂ ਵਿਚਾਰ ਕੀਤੀ, ਬੇਨਤੀ ਕਰਾਂ ਕਿ ਨਾ ਕਰਾਂ, ਪਹਿਲਾਂ ਇਹਦੇ ਬਾਰੇ ਵਿਚਾਰ ਕੀਤੀ, ਫਿਰ ਵਿਚਾਰ ਕੀਤੀ ਸਤਿਗੁਰੂ ਜੀ ਲੱਜਾ ਪਾਲਣ ਵਾਲੇ ਐ, ਜੇ ਬੇਨਤੀ ਕਰਾਂਗਾ ਤੇ ਮੇਰੀ ਲਾਜ ਰੱਖਣਗੇ। ਫਿਰ ਵਿਚਾਰ ਕੀਤੀ ਵੀ ਗੁਰੂ ਅਮਰਦਾਸ ਸਾਹਿਬ ਨੇ ਸਾਡੇ ਬਜ਼ੁਰਗਾਂ ਨੂੰ ਬਚਨ ਕਹੇ ਸੀ ਵੀ ਤੁਹਾਡਾ ਗੁਰੂ ਘਰ ਨਾਲ ਰਿਸ਼ਤਾ ਜੁੜੇਗਾ, ਸੰਬੰਧ ਜੁੜੇਗਾ ਤੁਹਾਡੀ ਕੁਲ ਦਾ, ਤੇ ਉਹ ਬਚਨ ਵੀ ਹੁਣ ਪੂਰੇ ਹੋਣੇ ਨੇ। ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ 'ਚ ਵਿਚਾਰ ਕਰਕੇ ਚੰਗੀ ਤਰ੍ਹਾਂ ਨਿਰਣਾ ਕਰਕੇ ਖਰੋ ਪਿਓ ਜੋਰੇ ਜੁਗ ਹਾਥ, ਭਾਈ ਨਰਾਇਣ ਦਾਸ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਨਮੁਖ ਖਲੋਤੇ ਨੇ, ਗਲ 'ਚ ਪੱਲੂ ਪਾ ਕੇ ਹੱਥ ਜੋੜ ਕੇ ਅਰਦਾਸ ਕੀਤੀ, हे ਪ੍ਰਭੂ ਮੁਝ ਕੋ ਲਖੋ ਅਨਾਥ। ਬੇਨਤੀ ਕਰਦਿਆਂ ਭਾਈ ਸਾਹਿਬ ਜੀ ਬੋਲੇ ਬਾਬਾ ਨਰਾਇਣ ਦਾਸ ਜੀ, हे ਪ੍ਰਭੂ ਮੈਨੂੰ ਆਪਣੇ ਚਰਨਾਂ ਦਾ ਦਾਸ ਜਾਣੋ, ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ। ਪਾਰੋ ਬੰਸ ਵਿਖੇ ਜਨਮਿਓ, ਮਹਾਰਾਜ ਮੈਂ ਬ੍ਰਹਮ ਗਿਆਨੀ ਭਾਈ ਪਾਰੋ ਜੀ ਦੀ ਬੰਸ ਵਿੱਚ ਜਨਮਿਆ ਹਾਂ। ਭਾਈ ਪਾਰੋ ਜੀ ਪਰਮਹੰਸ ਦਾ ਮੈਂ ਪੋਤਾ ਹਾਂ। ਡੱਲੇ ਕੀ ਵਾਸੀ ਮੈਂ ਥਿਓ, ਗਰੀਬ ਨਵਾਜ ਮੈਂ ਡੱਲੇ ਪਿੰਡ ਦਾ ਰਹਿਣ ਵਾਲਾ, ਡੱਲੇ ਪਿੰਡ ਦਾ ਵਾਸੀ ਹਾਂ। ਸ਼ੁਭ ਖੱਤਰੀਓ ਦਾਸ ਤੁਮਾਰਾ, ਖੱਤਰੀ ਵਰਣ ਚੋਂ ਜੁਲਕਾ ਗੋਤਰ ਹੈ ਮਹਾਰਾਜ ਸਾਡਾ। ਭਾਈ ਪਾਰੋ ਜੀ ਪਰਮਹੰਸ ਦੀ ਅੰਸ ਵੰਸ ਵਿੱਚੋਂ ਹਾਂ। ਮੁਝ ਨਕੀਤ ਨੇ ਦਰਬੇ ਉਦਾਰਾ, ਮਹਾਰਾਜ ਮੇਰੇ ਘਰ 'ਚ ਕੋਈ ਬਹੁਤ ਧਨ ਨਹੀਂ ਹੈ, ਚੰਦੂ ਵਾਂਗੂ ਮਹਾਰਾਜ ਮੈਂ ਅਮੀਰ ਨਹੀਂ ਹਾਂ, ਮੈਂ ਗਰੀਬ ਨਿਮਾਣਾ ਸੇਵਕ ਹਾਂ ਆਪ ਜੀ ਦੇ ਘਰ ਦਾ। ਵੱਡਿਓ ਸਹਿਤਮ ਗੁਰ ਸ਼ਰਨਾਈ, ਮੇਰੇ ਜਿਹੜੇ ਪਿਓ ਦਾਦੇ ਸਨ ਵਡੇਰੇ ਸਨ ਉਹਨਾਂ ਦੇ ਸਹਿਤ ਅਸੀਂ ਗੁਰੂ ਘਰ ਦੀ ਸ਼ਰਨ ਰਹੇ ਹਾਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ, ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਮੇਰੇ ਵਡੇਰੇ ਗੁਰੂ ਘਰ ਦੀ ਸ਼ਰਨ 'ਚ ਰਹੇ ਨੇ। ਮਮ ਪੁੱਤਰੀ ਕੀ ਲਿਓ ਸਗਾਈ, ਮਹਾਰਾਜ ਮੇਰੇ ਘਰ 'ਚ ਇੱਕ ਸਪਤ ਬਰਖ ਦੀ ਕੰਨਿਆ ਹੈ, ਲੜਕੀ ਹੈ। ਮੇਰੀ ਬੇਨਤੀ ਹੈ
ਕਿ ਆਪ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ। ਸੰਮਤ ਸਪਤ ਆਰਬਲ ਹੋਏ। ਮਹਾਰਾਜ ਉਹਦੀ ਉਮਰ ਵੀ ਤਕਰੀਬਨ 7 ਸਾਲ ਦੀ ਹੈ। ਹਰਗੋਬਿੰਦ ਦਾਸੀ ਬਨ ਸੋਏ। ਮਹਾਰਾਜ ਜੇ ਆਪ ਜੀ ਨੂੰ ਭਾਵੇ ਆਪ ਜੀ ਆਗਿਆ ਦਿਓ ਤੇ ਮੇਰੀ ਧੀ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਬਣੇ। ਲਾਜ ਬਿਨਾ ਮੈਂ ਸਭਾ ਮਝਾਰੀ। ਮਹਾਰਾਜ ਮੈਂ ਲਾਜ ਤੋਂ ਬਿਨਾ, ਹਾਲਾਂਕਿ ਬਹੁਤ ਵੱਡੀ ਗੱਲ ਮੈਂ ਕਹਿ ਰਿਹਾ ਛੋਟੇ ਮੂੰਹ ਨਾਲ ਤੁਹਾਡੇ ਘਰ ਦੇ ਨਾਲ ਨਾਤਾ ਜੋੜਨ ਲਈ ਮਹਾਰਾਜ, ਪਰ ਮੈਂ ਲਾਜ ਛੱਡ ਕੇ ਸਾਰੀ ਸੰਗਤ ਵਿੱਚ ਭਰੇ ਦੀਵਾਨ ਵਿੱਚ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ। ਬਿਨਤੀ ਸ਼ਰਧਾ ਸਹਿਤ ਉਚਾਰੀ। ਮੈਂ ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ, ਬਹੁਤ ਵਿਚਾਰ ਕਰਨ ਤੋਂ ਬਾਅਦ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਰਾਖੋ ਲਾਜ ਮੋਏ ਪਰਵਾਸਾ। ਮਹਾਰਾਜ ਮੈਨੂੰ ਆਪ ਜੀ ਦੇ ਚਰਨਾਂ ਤੇ ਪਰਵਾਸਾ ਹੈ ਕਿ ਆਪ ਜੀ ਮੇਰੀ ਲਾਜ ਰੱਖੋਗੇ, ਮੇਰੀ ਬੇਨਤੀ ਪ੍ਰਵਾਨ ਕਰੋਗੇ। ਜਾਂ ਤੇ ਕਈ ਆਪਣੀ ਆਸਾ। ਇਸੇ ਕਰਕੇ ਮੈਂ ਇਸੇ ਭਰੋਸੇ ਨਾਲ ਆਪ ਜੀ ਦੇ ਚਰਨਾਂ ਵਿੱਚ ਆਪਣੀ ਅਰਦਾਸ, ਆਪਣੀ ਬੇਨਤੀ ਕਹੀ ਹੈ। ਸ਼੍ਰੀ ਅਰਜਨ ਸੁਨ ਭਏ ਪ੍ਰਸੰਨ। ਜਦੋਂ ਬਾਬਾ ਨਰੈਣ ਦਾਸ ਜੀ ਨੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਬਹੁਤ ਪ੍ਰਸੰਨ ਹੋਏ। ਮਹਾਰਾਜ ਜੀ ਨੇ ਬਹੁਤ ਹੀ ਖੁਸ਼ੀਆਂ ਕੀਤੀਆਂ। ਭਲੇ ਸਮੇਂ ਬੋਲਿਓ ਸਿੱਖ ਧੰਨ। ਮਹਾਰਾਜ ਜੀ ਕਹਿੰਦੇ ਭਾਈ ਨਰੈਣ ਦਾਸ ਜੀ ਬੜੇ ਭਲੇ ਸਮੇਂ ਬੇਨਤੀ ਕੀਤੀ ਤੁਸੀਂ, ਬਹੁਤ ਭਲੇ ਸਮੇਂ, ਜਿਹੜਾ ਬਿਲਕੁਲ ਯੋਗ ਸਮਾਂ ਸੀ ਇਹ ਬੇਨਤੀ ਕਰਨ ਦਾ, ਤੁਸੀਂ ਬੇਨਤੀ ਕੀਤੀ ਆ, ਤੁਸੀਂ ਧੰਨ ਹੋ। ਉਤਸਵ ਕੋ ਸਮਾਜ ਬਰ ਜੁੜਿਓ। ਹੁਣ ਇਹ ਉਤਸਵ ਦਾ, ਖੁਸ਼ੀ ਦਾ ਸਮਾਜ ਜੁੜਿਆ ਹੋਇਆ ਸੀ। ਪਹਿਲਾਂ ਹੀ ਇਹ ਖੁਸ਼ੀ ਦਾ ਮਾਹੌਲ, ਸਗਨ ਦੀਆਂ ਤਿਆਰੀਆਂ ਤੁਹਾਡੇ ਸਾਹਮਣੇ ਪਹਿਲਾਂ ਹੀ ਹੋਈਆਂ ਸਨ। ਸੋ ਤੈ ਨਾਏ ਨ ਬਿਰਥਾ ਕਰਿਓ। ਬਾਬਾ ਨਰੈਣ ਦਾਸ ਜੀ ਤੁਸੀਂ ਇਹ ਸਾਰੀਆਂ ਖੁਸ਼ੀਆਂ ਦੀ ਜਿਹੜੀ ਇਹ ਸਮੱਗਰੀ ਇਕੱਠੀ ਹੋਈ ਹੈ, ਇਹਨੂੰ ਵਿਅਰਥ ਨਹੀਂ ਜਾਣ ਦਿੱਤਾ। ਜੇ ਤੁਸੀਂ ਉੱਠ ਕੇ ਬੇਨਤੀ ਨਾ ਕਰਦੇ ਸਭ ਕੁਝ ਵਿਅਰਥ ਜਾਣਾ ਸੀ, ਜਿੰਨੀ ਤਿਆਰੀ ਸੀ। ਤੇ ਹੁਣ ਤੁਸੀਂ ਇਹ ਬੜੇ ਯੋਗ ਸਮੇਂ ਬੇਨਤੀ ਕੀਤੀ ਹੈ, ਇਹ ਜਿੰਨੀ ਤਿਆਰੀ ਹੋਈ ਆ ਸਗਾਈ ਦੀ, ਇਹ ਤੁਸੀਂ ਵਿਅਰਥ ਨਹੀਂ ਜਾਣ ਦਿੱਤੀ। ਮੰਗਲ ਨੋਕਾ ਜਿਉ ਵਿੱਚ ਤਾਰ। ਭਾਈ ਨਰੈਣ ਦਾਸ ਜੀ ਇਹ ਤਾਂ ਉਹ ਗੱਲ ਹੋਈ ਜਿਵੇਂ ਖੁਸ਼ੀਆਂ ਦੀ ਕੋਈ ਕਿਸ਼ਤੀ ਕਿਸੇ ਮੰਝ ਧਾਰ ਦੇ ਵਿੱਚ ਡਾਵਾਂ ਡੋਲ ਹੋਵੇ। ਡੂਬਤ ਉਤੀ ਲਗਾਈ ਪਾਰ। ਉਹ ਡੁੱਬਦੀ ਹੋਈ ਖੁਸ਼ੀ ਦੀ ਬੇੜੀ ਨੂੰ ਮਾਨੋ ਜਿਵੇਂ ਤੁਸੀਂ ਪਾਰ ਲਾ ਦਿੱਤਾ ਹੋਵੇ, ਕਿਨਾਰੇ ਲਾ ਦਿੱਤਾ ਹੋਵੇ। ਅੱਜ ਤਾਂ ਉਹ ਕੰਮ ਕੀਤਾ ਤੁਸੀਂ। ਇਹ ਖੁਸ਼ੀ ਦੀ ਕਿਸ਼ਤੀ ਮਾਨੋ ਜਿਵੇਂ ਡੁੱਬਦੀ ਚੱਲੀ ਸੀ, ਤੁਸੀਂ ਆ ਕੇ ਮੋਢਾ ਲਾ ਕੇ ਇਸ ਕਿਸ਼ਤੀ ਨੂੰ, ਖੁਸ਼ੀ ਦੀ ਨੂੰ ਕਿਨਾਰੇ ਲਾ ਦਿੱਤਾ, ਪਾਰ ਉਤਾਰ ਦਿੱਤਾ। ਮਹਿਮਾ ਗੁਰ ਸਿੱਖਨ ਕੀ ਮਾਂ। ਮਹਾਰਾਜ ਜੀ ਕਹਿੰਦੇ ਗੁਰੂ ਕੇ ਸਿੱਖਾਂ ਦੀ ਮਹਿਮਾ ਬੜੀ ਮਹਾਨ ਹੈ। ਧੰਨ ਨੇ ਗੁਰੂ ਕੇ ਸਿੱਖ ਜਿਨ੍ਹਾਂ ਦੀ ਮਹਿਮਾ ਵੱਡੀ ਹੈ। ਕੋ ਸਮਤਾ ਕਰ ਸਕੇ ਨ ਤਾਹਾਂ। ਮਹਾਰਾਜ ਜੀ ਕਹਿੰਦੇ ਗੁਰੂ ਕੇ ਸਿੱਖਾਂ ਦੀ ਸਮਤਾ, ਬਰਾਬਰੀ ਕੌਣ ਕਰ ਸਕਦਾ ਹੈ? ਗੁਰੂ ਕੇ ਸਿੱਖ ਦੀ ਮਹਿਮਾ ਇਸ ਵਿੱਚ ਨਹੀਂ ਕਿ ਉਹ ਦੀਵਾਨ ਹੈ ਕਿਸੇ ਬਾਦਸ਼ਾਹ ਦਾ, ਜਾਂ ਉਹ ਕਿਸੇ ਰੁਤਬੇ ਤੇ ਹੈ, ਉਹ ਕੋਈ ਅਫਸਰ ਹੈ, ਉਹ ਕਿਸੇ ਵੱਡੀ ਵਡਿਆਈ ਤੇ ਹੈ। ਗੁਰੂ ਕੇ ਸਿੱਖ ਦੀ ਮਹਿਮਾ ਇਸੇ ਵਿੱਚ ਹੈ ਕਿ ਉਹ ਗੁਰੂ ਦਾ ਸਿੱਖ ਹੈ, ਇਹੀ ਉਹਦੀ ਸਭ ਤੋਂ ਵੱਡੀ ਮਹਿਮਾ ਹੈ। ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਪੰਥ ਦੇ ਮਹਾਨ ਮਹਾਂਪੁਰਖ, ਵਿਦਵਾਨ ਮਹਾਂਪੁਰਖ, ਮਹਾਂਕਾਲ ਨਿਹੰਗ ਸਿੰਘ ਸੀ। ਅਕਸਰ ਜਿਹੜਾ ਨਿਸ਼ਾਨ ਸਾਹਿਬ ਦਾ ਪੁਰਾਣੇ ਸਮੇਂ 'ਚ ਖੱਦਰ ਦਾ ਚੋਲਾ ਚੜ੍ਹਦਾ, ਪੁਰਾਣਾ ਚੋਲਾ ਉਤਰਨਾ, ਉਹਦਾ ਹੀ ਦੁਮਾਲਾ ਬੰਨ੍ਹ ਲੈਣਾ। ਤੇ ਕੋਈ ਪੁਰਾਣੇ ਵਸਤਰ ਹੋਣੇ। ਇੱਕ ਦਿਨ ਭਾਈ ਵੀਰ ਸਿੰਘ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਗਏ। ਬਾਹਰ ਪਹਿਰੇਦਾਰ ਸੀ। ਭਾਈ ਵੀਰ ਸਿੰਘ ਜੀ ਅੰਦਰ ਕਿਤੇ ਮਸ਼ਰੂਫ ਸਨ। ਸੁਨੇਹਾ ਦਿੱਤਾ ਕਿ ਭਾਈ ਵੀਰ ਸਿੰਘ ਜੀ ਨੂੰ ਕਹੋ ਵੀ ਕੋਈ ਗੁਰੂ ਕਾ ਸਿੰਘ ਮਿਲਣ ਆਇਆ ਹੈ। ਆਪਣਾ ਨਾਂ ਨਹੀਂ ਦੱਸਿਆ ਵੀ ਇੱਕ ਨਿਹੰਗ ਸਿੰਘ, ਇੱਕ ਸਿੰਘ ਗੁਰੂ ਕਾ ਮਿਲਣ ਆਇਆ। ਭਾਈ ਵੀਰ ਸਿੰਘ ਜੀ ਨੇ ਸੋਚਿਆ ਵੀ ਕੋਈ ਮਸਤਾਨਾ ਦੀਵਾਨਾ ਹੋਵੇਗਾ।
ਤੇ ਕਹਿ ਦਿੱਤਾ ਵੀ ਉਹਨੂੰ ਕੋ ਹਾਲੇ ਟਾਈਮ ਨਹੀਂ ਮਿਲਣ ਦਾ, ਮੈਂ ਬੀਜੀ ਹਾਂ, ਵਿਅਸਤ ਹਾਂ। ਅਕਾਲੀ ਜੀ ਉਹਨਾਂ ਪੈਰਾਂ ਤੇ ਵਾਪਸ ਪਿੱਛੇ ਮੁੜ ਆਏ, ਜਲ ਪਾਣੀ ਨਹੀਂ ਛਕਿਆ। ਪਿੱਛੋਂ ਭਾਈ ਵੀਰ ਸਿੰਘ ਨੂੰ ਪਤਾ ਲੱਗਾ ਵੀ ਉਹ ਤਾਂ ਅਕਾਲੀ ਕੌਰ ਸਿੰਘ ਜੀ ਸਨ। ਇੱਕਦਮ ਮਗਰ ਦੌੜੇ, ਰਸਤੇ 'ਚ ਹੀ ਆ ਕੇ ਅਕਾਲੀ ਜੀ ਨੂੰ ਮਿਲੇ ਤੇ ਫਤਿਹ ਗਜਾਈ। ਆਖਿਆ ਅਕਾਲੀ ਜੀ ਚਲੋ ਮੈਨੂੰ ਪਤਾ ਨਹੀਂ ਸੀ ਕਿ ਆਪ ਜੀ ਹੋ। ਤੇ ਅਕਾਲੀ ਕੌਰ ਸਿੰਘ ਜੀ ਨੇ ਜਵਾਬ ਦਿੱਤਾ ਸੀ, ਵੀਰ ਸਿੰਘ ਜੀ ਜਿਹਦੇ ਕੋਲ ਇੱਕ ਗੁਰੂ ਕੇ ਸਿੰਘ ਲਈ ਸਮਾਂ ਨਹੀਂ, ਉਹਦੇ ਵਾਸਤੇ ਅਕਾਲੀ ਕੌਰ ਸਿੰਘ ਕੋਲ ਸਮਾਂ ਨਹੀਂ। ਇਸ ਗੱਲ ਦਾ ਫਿਕਰ, ਇਸ ਗੱਲ ਦੀ ਬਹੁਤ ਵੱਡਾ ਭਾਰੀ ਅਫਸੋਸ ਸਾਰੀ ਜ਼ਿੰਦਗੀ ਭਾਈ ਵੀਰ ਸਿੰਘ ਜੀ ਨੂੰ ਰਿਹਾ। ਕਹਿੰਦੇ ਕੌਰ ਸਿੰਘ ਹੋਣਾ ਕੋਈ ਵੱਡਾ ਮਾਇਨੇ ਨਹੀਂ ਰੱਖਦਾ ਕਿ ਕੌਰ ਸਿੰਘ ਆਇਆ, ਇਤਨਾ ਹੀ ਸਭ ਤੋਂ ਵੱਡਾ ਕਹਿਣਾ ਮਾਇਨੇ ਰੱਖਦਾ ਸੀ ਵੀ ਗੁਰੂ ਕਾ ਸਿੰਘ ਆਇਆ। ਕਿਉਂਕਿ ਗੁਰੂ ਕੇ ਸਿੱਖ ਦੀ ਉਪਮਾ ਕਿਸੇ ਰੁਤਬੇ ਦੀ ਮੁਤਾਜ ਨਹੀਂ, ਕਿਸੇ ਵਡਿਆਈ ਦੀ ਮੁਤਾਜ ਨਹੀਂ। ਗੁਰੂ ਕੇ ਸਿੱਖ ਦੀ ਉਪਮਾ ਗੁਰੂ ਕੇ ਸਿੱਖ ਹੋਣ ਵਿੱਚ ਹੀ ਹੈ। ਪੰਜਵੇਂ ਪਾਤਸ਼ਾਹ ਇੱਥੇ ਕਹਿ ਰਹੇ ਨੇ, ਕਹਿੰਦੇ ਭਾਈ ਨਰੈਣ ਦਾਸ ਜੀ ਤੁਸੀਂ ਗੁਰੂ ਕੇ ਸਿੱਖ ਹੋ, ਇਹੀ ਤੁਹਾਡੀ ਸਭ ਤੋਂ ਵੱਡੀ ਉਪਮਾ ਹੈ। ਹਾਂਜੀ, ਸਤਿਗੁਰ ਕੋ ਸਿੱਖਨ ਸੋ ਮੇਲਾ। ਗੁਰੂ ਦਾ ਸਤਿਗੁਰੂ ਜੀ ਦਾ ਸਿੱਖਾਂ ਨਾਲ ਹੀ ਮੇਲਾ ਹੈ। ਸਤਿਗੁਰੂ ਜੀ ਦਾ ਸਿੱਖਾਂ ਨਾਲ ਹੀ ਮਿਲਾਪ ਹੈ। ਸਕਲ ਥਾਨ ਮੈਂ ਹੋਤ ਸੋਏਲਾ। ਜਿਹੜਾ ਸਰਬ ਥਾਵਾਂ ਤੇ ਸੁਖ ਦਾ ਹੀ ਮੇਲਾ, ਸਿੱਖ ਗੁਰੂ ਦਾ, ਗੁਰੂ ਸਿੱਖ ਦਾ ਮੇਲ, ਇਹ ਹਰ ਜਗ੍ਹਾ ਤੇ ਹਰ ਥਾਂ ਤੇ ਸੁਖਦਾਈ ਹੈ। ਹੰਕਾਰੀ ਮਨਮੁਖ ਨਰ ਜੋਏ। ਜਿਹੜੇ ਹੰਕਾਰੀ ਤੇ ਮਨਮੁਖ ਲੋਕ ਹਨ, ਸਤਿਗੁਰ ਸੰਗ ਮੇਲ ਨੈ ਹੋਏ। ਉਹਨਾਂ ਦਾ ਸਤਿਗੁਰਾਂ ਨਾਲ ਨਹੀਂ ਮੇਲ ਹੁੰਦਾ, ਉਹ ਕਦੇ ਗੁਰੂ ਨਾਲ ਨਹੀਂ ਮਿਲ ਸਕਦੇ। ਜਿਹੜੇ ਹੰਕਾਰੇ ਤੇ ਮਨਮੁਖ ਨੇ, ਜੇਕਰ ਮਿਲੇ ਉਠੇ ਉਤਪਾਤ। ਤੇ ਜੇਕਰ ਇਹੋ ਜਿਹੇ ਹੰਕਾਰੀ ਗੁਰੂ ਨੂੰ ਮਿਲਣ ਵੀ ਤੇ ਫਿਰ ਮਿਲ ਕੇ ਉਤਪਾਤ ਹੀ ਹੁੰਦੇ ਆ, ਉਪਦਰਾ ਵੀ ਹੁੰਦੇ ਹਨ। ਜਿਉ ਰਵ ਰਾਓ ਗਗਨ ਮਿਲ ਜਾਤ। ਜਿਵੇਂ ਸੂਰਜ ਨੂੰ ਰਾਹੂ ਗ੍ਰਹਿ ਆ ਕੇ ਢੱਕ ਲਵੇ, ਮਿਲ ਜਾਏ ਨਾ ਸੂਰਜ ਨੂੰ ਤੇ ਸੂਰਜ ਨੂੰ ਢੱਕ ਲੈਂਦਾ, ਏਦਾਂ ਹੰਕਾਰੀ ਗੁਰੂ ਨੂੰ ਮਿਲੇ ਤੇ ਫਿਰ ਉਤਪਾਤ ਹੀ ਹੁੰਦਾ, ਉਪਦਰਾ ਵੀ ਹੁੰਦਾ। ਜਾਂ ਤੇ ਸ਼੍ਰੀ ਨਾਨਕ ਸੁਖਦਾਈ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸੁਖਦਾਈ ਹਨ। ਸਿੱਖਨ ਸੋ ਹਮ ਬਣਤ ਬਣਾਈ। ਸਾਡੀ ਗੁਰੂ ਕੇ ਸਿੱਖਾਂ ਨਾਲ ਬਣਤ ਬਣਾ ਦਿੱਤੀ, ਗੁਰਸਿੱਖਾਂ ਨਾਲ ਮੇਲ ਕਰਾ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਹੈ ਕਿ ਹੰਕਾਰੀ ਚੰਦੂ ਨਾਲ ਨਹੀਂ ਮੇਲ ਕਰਾਇਆ। ਆਪ ਜੈਸੇ ਨਾਮ ਰਸੀਏ, ਗੁਰੂ ਕੇ ਸਿੱਖਾਂ ਨਾਲ ਸਾਡਾ ਮੇਲ ਕਰਾ ਦਿੱਤਾ। ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਿ ਤੁਹਾਡੇ ਵਰਗੇ ਸਿੱਖਾਂ ਨਾਲ ਮੇਲ ਕਰਾਇਆ ਗੁਰੂ ਨਾਨਕ ਸਾਹਿਬ ਨੇ। ਦੈਵਗ ਸੋ ਸ਼੍ਰੀ ਅਰਜਨ ਪਾਖਾ। ਦੈਵਗੀ ਸੁਤੇ ਸੇਧੀ ਮਹਾਰਾਜ ਜੀ ਨੇ ਬਚਨ ਕਹੇ, ਪੂਰਨ ਕਰੋ ਸਬਨ ਅਭਿਲਾਖਾ। ਮਹਾਰਾਜ ਜੀ ਨੇ ਆਖਿਆ ਕਰੋ ਭਾਈ ਅਭਿਲਾਖਾ ਸਾਰਿਆਂ ਦੀ ਪੂਰਨ। ਇਹ ਨਾਤਾ ਲੀਜੇ ਹਿਤ ਸਾਥ। ਆਖਿਆ ਭਾਈ ਇਹ ਨਾਤਾ ਪ੍ਰੇਮ ਨਾਲ ਪ੍ਰਵਾਨ ਕਰੋ, ਹਿੱਤ ਨਾਲ ਪ੍ਰਵਾਨ ਕਰੋ। ਇਹ ਨਾਤਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜੋੜਿਆ ਹੈ। ਦਿਓ ਟੀਕਾ ਹਰ ਗੋਵਿੰਦ ਮਾਤ। ਆਖਿਆ ਭਾਈ ਨਰੈਣ ਦਾਸ ਜੀ ਤੁਸੀਂ ਦਿਓ ਤਿਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਸਤਕ ਤੇ ਸਗਾਈ ਦਾ। ਚਈਐ ਸਮਗਰੀ ਚਈਐ ਸਮਗਰੀ ਜੋ ਸਮੁਦਾਈ। ਜਿਹੜੀ ਜਿਹੜੀ ਜੋ ਜੋ ਸਮੱਗਰੀ ਚਾਹੀਦੀ ਹੈ ਤੁਰਤ ਨਾਰਾਇਣ ਦਾਸ ਮੰਗਾਈ। ਬਾਬਾ ਨਰੈਣ ਦਾਸ ਜੀ ਨੇ ਤੁਰਤ ਫੁਰਤ ਮੰਗਾ ਲਈ। ਜੋ ਸ਼ਗਨ ਵਾਸਤੇ, ਤਿਲਕ ਆਦਿਕ ਲਾਉਣ ਵਾਸਤੇ ਜੋ ਜੋ ਸਮੱਗਰੀ ਚਾਹੀਦੀ ਸੀ, ਮਠਿਆਈ, ਪਕਵਾਨ, ਬਾਬਾ ਨਰੈਣ ਦਾਸ ਜੀ ਨੇ ਝਾਟੀ ਸਭ ਕੁਝ ਮੰਗਾ ਲਿਆ। ਪਾਈ ਹਰ ਗੋਵਿੰਦ ਕੀ ਚੋਰੀ। ਸ਼ਗਨ ਦਾ ਉਹ ਸਾਰਾ ਸਮਾਨ ਮਹਾਰਾਜ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ 'ਚ ਬਾਬਾ ਨਰੈਣ ਦਾਸ ਜੀ ਨੇ ਪਾਇਆ। ਭਾਈ ਸਬਨ ਕੇ ਖੁਸ਼ੀ ਨਾ ਥੋਰੀ। ਕਹਿੰਦੇ ਬੜੀ ਖੁਸ਼ੀ, ਇੱਕਦਮ ਫਿਰ ਨਾਦ ਗੂੰਜੇ, ਫਿਰ ਸ਼ਹਿਨਾਈਆਂ ਵੱਜ ਪਈਆਂ, ਫਿਰ ਰਣ ਸਿੰਘੇ ਵੱਜ ਪਏ। ਕਰਿਓ ਨਿਕਾਸਨ ਮਸਤਕ ਟੀਕਾ। ਮਹਾਰਾਜ ਜੀ ਦੇ ਮਸਤਕ ਉੱਤੇ ਸ਼ਗਾਈ ਦਾ ਤਿਲਕ ਕੱਢਿਆ ਬਾਬਾ ਨਰੈਣ ਦਾਸ ਜੀ ਨੇ। ਅਛਤ ਸਹਿਤ
ਬਿਰਾਜਤ ਨੀਕਾ। ਕਹਿੰਦੇ ਬਹੁਤ ਸੋਹਣਾ ਤਿਲਕ ਮਹਾਰਾਜ ਜੀ ਦੇ ਮਸਤਕ ਤੇ ਬਿਰਾਜਦਾ ਹੈ। ਦੋਹਰਾ ਕੀਸਰ ਤਿਲਕ ਸੁਦੇਵ ਗੁਰ ਤਿਸਕੇ ਮੰਡਲ ਆਏ। ਕਹਿੰਦੇ ਮੱਥੇ ਤੇ ਕੇਸਰ ਦਾ ਤਿਲਕ ਹੈ। ਕੇਸਰ ਦਾ ਰੰਗ ਖਾਲਸਾ ਜੀ ਪੀਲਾ ਹੁੰਦਾ ਤਿਲਕ ਦਾ, ਤੇ ਜਿਹੜਾ ਬ੍ਰਹਸਪਤੀ ਹੈ ਨਾ ਦੇਵਤਿਆਂ ਦਾ ਗੁਰੂ, ਕਹਿੰਦੇ ਉਹਦਾ ਰੰਗ ਵੀ ਪੀਲਾ। ਕਹਿੰਦੇ ਉਹ ਤਿਲਕ ਇਦਾਂ ਜਾਪਦਾ ਮੱਥੇ ਤੇ ਪਾਤਸ਼ਾਹ ਦੇ ਪੀਲੇ ਰੰਗ ਦਾ ਕਿ ਮਾਨੋ ਜਿਹੜਾ ਉਹ ਦੇਵਤਿਆਂ ਦਾ ਗੁਰੂ ਹੈ ਬ੍ਰਹਸਪਤੀ, ਉਹ ਹੀ ਮੱਥੇ ਤੇ ਆਣ ਕੇ ਬਿਰਾਜਮਾਨ ਹੋ ਗਿਆ ਹੋਵੇ, ਮਹਾਰਾਜ ਜੀ ਦੇ ਮੱਥੇ ਤੇ ਬਿਰਾਜਮਾਨ ਹੋਇਆ ਹੋਵੇ ਕਿ ਮੈਂ ਆਪਣਾ ਆਪ ਸਫਲ ਕਰ ਲਾਂ ਸਤਿਗੁਰਾਂ ਦੇ ਮਸਤਕ ਨੂੰ ਛੂਹ ਕੇ। ਅਚਿਤ ਜਨ ਸੀਸ ਕਲਾਗਨ ਤਰਾਸ ਰਾਓ ਤੇ ਪਾਏ। ਤੇ ਵਿੱਚ ਚਾਵਲ ਦਾ ਦਾਣਾ ਉਹ ਇਉਂ ਜਾਪਦਾ ਵੀ ਉਸ ਬ੍ਰਹਸਪਤੀ ਦੇ ਵਿੱਚ ਚੰਦਰਮਾ ਆ ਕੇ ਬਿਰਾਜਮਾਨ ਹੋ ਗਿਆ ਚਾਵਲ ਦਾ ਰੂਪ ਧਾਰ ਕੇ, ਤੇ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਸ਼ੋਭਨੀਕ ਹੋ ਰਿਹਾ ਹੈ। ਚੌਪਈ ਤਨ ਤਨ ਸਭ ਸਭਾ ਬਖਾਨਾ। ਜਦੋਂ ਤਿਲਕ ਹੋਇਆ ਸਗਾਈ ਦਾ ਸਾਰੀ ਸੰਗਤ ਵਿੱਚ ਸਭ ਨੇ ਕਿਹਾ ਧੰਨ ਹੋ ਬਾਬਾ ਨਰੈਣ ਦਾਸ ਜੀ, ਤੁਸੀਂ ਧੰਨ ਹੋ, ਤੁਹਾਡਾ ਗੁਰੂ ਘਰ ਨਾਲ ਸੰਬੰਧ ਜੁੜਿਆ। ਇਉਂ ਸਾਰੀ ਸੰਗਤ ਨੇ ਕਿਹਾ। ਦਾਸ ਨਾਰਾਇਣ ਬਹੁ ਸਨਮਾਨਾ। ਭਾਈ ਨਰੈਣ ਦਾਸ ਜੀ ਦਾ ਬੜਾ ਹੀ ਸਨਮਾਨ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ। ਹਰੀ ਚੰਦ ਇੱਕ ਖੱਤਰੀ ਔਰ। ਖਾਲਸਾ ਜੀ ਇੱਕ ਸਗਾਈ ਹਾਲੇ ਹੋਈ ਸੀ ਕਿ ਇੰਨੇ ਨੂੰ ਇੱਕ ਹੋਰ ਗੁਰੂ ਘਰ ਦੇ ਅਨੰਨ ਸੇਵਕ ਬਾਬਾ ਹਰੀ ਚੰਦ ਜੀ, ਹਾਂਜੀ, ਲੰਮ ਗੋਤ ਬੈਠੇ ਹੋ ਤਿਸ ਠੋਰ। ਇਹ ਲੰਮ ਗੋਤ ਦੇ ਧਾਰਨੀ ਸਨ ਤੇ ਬਾਬਾ ਬਕਾਲੇ ਨਗਰ ਦੇ ਰਹਿਣ ਵਾਲੇ ਮਹਾਂਪੁਰਖ ਸਨ। ਤੈਂ ਬਿਲੋਕ ਤਿਨ ਹਿਰਦੇ ਵਿਚਾਰਾ। ਇਹਨਾਂ ਨੇ ਜਦੋਂ ਵੇਖਿਆ ਮਨ ਚ ਵਿਚਾਰ ਕੀਤੀ, ਇਸ ਤੇ ਆਛੀ ਅਪਰ ਨਕਾਰਾ। ਹਾਂ, ਕਹਿੰਦੇ ਇਹਦੇ ਤੋਂ ਭਲੀ ਕਾਰ, ਇਹਦੇ ਤੋਂ ਸ੍ਰੇਸ਼ਟ ਕਾਰ ਕੋਈ ਹੋਰ ਨਹੀਂ ਜਾਪਦੀ। ਮਮ ਕਰ ਸੁਤਾ ਸੋ ਅਰਪਨ ਕਰੋ। ਮਨ ਚ ਸੋਚਿਆ ਬਾਬਾ ਹਰੀ ਚੰਦ ਜੀ ਨੇ, ਮੇਰੇ ਘਰ ਵੀ ਮਹਾਰਾਜ ਜੀ ਦੀ ਦਿੱਤੀ ਇੱਕ ਪੁੱਤਰੀ ਹੈ, ਕਿਉਂ ਨਾ ਮੈਂ ਵੀ ਆਪਣੀ ਧੀ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਦਾਸੀ ਬਣਾਵਾਂ। ਇਸੀ ਸਮੇਂ ਮੈਂ ਉਚਿਤ ਨਾ ਟਰੋ। ਕਹਿੰਦੇ ਸਮਾਂ ਬੜਾ ਉਚਿਤ ਹੈ, ਟਾਲਾ ਨਾ ਕਰਾਂ। ਹੁਣੇ ਹੀ ਉੱਠ ਕੇ ਬੇਨਤੀ ਕਰਦੇ ਆ, ਮਹਾਰਾਜ ਬੜੇ ਪ੍ਰਸੰਨ ਨੇ ਆਪਣੇ ਸੇਵਕਾਂ ਤੇ। ਖਰੇ ਹੋਏ ਸੋ ਬਿਨਤੀ ਕਹੇ। ਬਾਬਾ ਹਰੀ ਚੰਦ ਜੀ ਨੇ ਹੱਥ ਜੋੜ ਕੇ ਸਨਮੁਖ ਗੁਰੂ ਅਰਜਨ ਦੇਵ ਸਾਹਿਬ ਦੇ ਬੇਨਤੀ ਕੀਤੀ। ਦ્વੈ ਸੰਮਤ ਕੀ ਦੋਇਤਾ ਆਏ। ਮਹਾਰਾਜ ਮੇਰੇ ਘਰ 'ਚ 2 ਸਾਲ ਦੀ ਮੇਰੀ ਕੰਨਿਆ ਹੈ, ਜਿਹਦਾ ਨਾਮ ਸੀ ਧੰਨ ਧੰਨ ਮਾਤਾ ਨਾਨਕੀ ਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੇ ਪੂਜਨੀਕ ਮਾਤਾ ਨੇ ਮਾਤਾ ਨਾਨਕੀ ਜੀ। ਤੇ ਜਿਹੜਾ ਪਹਿਲਾ ਰਿਸ਼ਤਾ ਹੋਇਆ ਬਾਬੇ ਨਰੈਣ ਦਾਸ ਜੀ ਦੀ ਸੁਪੁੱਤਰੀ ਦਾ, ਉਹਨਾਂ ਦਾ ਨਾਮ ਸੀ ਮਾਤਾ ਦਮੋਦਰੀ ਜੀ, ਜਿਨ੍ਹਾਂ ਦੀ ਕੁੱਖ ਤੋਂ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ, ਬਾਬਾ ਗੁਰਦਿੱਤਾ ਸਾਹਿਬ ਜੀ ਨੇ ਜਨਮ ਲਿਆ, ਬੀਬੀ ਵੀਰੋ ਨੇ ਜਨਮ ਲਿਆ। तो बेनती की बाबा हरी चंद जी ने कि महाराज मेरे पास 2 साल दी मेरी कन्या है। सो मैं चौ दियो तुम पासी। महाराज वो मैं आप जी दे चरना च अर्पण करना चाहता हाँ। हर गोविंद की बने दासी। महाराज कृपा करो नु भी श्री गुरु हरगोबिंद साहब दे चरना दी दासी बनाओ। आप अनाथन के ओ नाथ। महाराज तुसी अनाथां दे नाथ हो मेरे दयानिध स्वामी जी। याते कौं जोर जुग हाथ। इस करके आप जी दे चरना च अनाथ निमाणा बन के हाथ जोड़ के बेनती करदा हां। कीजे अंगीकार सगाई। महाराज मेरी धी दी सगाई भी आप जी अंगीकार करो। मन बच क्रम ते मैं शरनाई। मन बच कर्म करके मैं आप जी दी शरण विच हां। श्री अर्जन सुन कै सिख बिनती। जदों बाबा हरी चंद जी ने महाराज पंजवें पातशाह नूं इउं बेनती कीती, भाई प्रेम वस तज सब गिनती। ते गुरु अर्जन देव साहब सिख दे प्रेम वसीकार होए। गिणतियां छड़ दित्तियां भी हुण दूजा रिश्ता, ਇਹ नहीं गिणती कीती। प्रेम वेखिया सिख दी भावना वेखी, ਉਹਦਾ प्रेम वेख के मेरे साहबा ने सारे नेम त्याग दिते।
ਗਿਣਤੀ ਤਿਆਗ ਦਿੱਤੀ। ਪਨਿਓ ਬਾਕ ਇਹ ਪੀ ਲੈ ਲਿਓ। ਮਹਾਰਾਜ ਜੀ ਨੇ ਬਚਨ ਕੀਤਾ, ਹਾਂ ਭਾਈ ਇਹ ਵੀ ਸਵੀਕਾਰ ਕਰ ਲਓ, ਇਹ ਸਗਾਈ ਵੀ ਸਵੀਕਾਰ ਕਰ ਲਓ। ਆਸਾ ਸਿੱਖਨ ਕੀ ਪੂਰੇ ਹੋ। ਗੁਰੂ ਕੇ ਇਸ ਮਹਾਨ ਸਿੱਖ ਦੀ ਆਸਾ ਪੂਰਨ ਹੋਵੇ। ਲੈਣਾ ਦੇਣਾ ਸਾਥ ਹਮਾਰੇ। ਸਾਡੇ ਨਾਲ ਜਿਹੜਾ ਲੈਣ ਦੇਣ ਹੈ, ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਸਾਡੇ ਨਾਲ ਜਿਹੜਾ ਲੈਣ ਦੇਣ ਹੈ, ਗੁਰ ਸਿੱਖਨ ਕੀ ਸਾਂਝ ਉਦਾਰੇ। ਉਹ ਗੁਰੂ ਕੇ ਸਿੱਖਾਂ ਨਾਲ ਹੀ ਹੈ। ਸਾਡੀ ਸਾਂਝ ਹੀ ਗੁਰੂ ਕੇ ਸਿੱਖਾਂ ਨਾਲ ਹੈ। ਸਾਡੀ ਲੇਵਾ ਦੇਵੀ ਸੰਤਨ ਸਿਓ ਮੇਰੀ ਲੇਵਾ ਦੇਈ। ਗੁਰਸਿੱਖਾਂ ਨਾਲ ਹੀ ਸਾਡਾ ਲੈਣ ਦੇਣ ਹੈ, ਇਹਨਾਂ ਨਾਲ ਹੀ ਸਾਡੀ ਸਾਂਝ ਹੈ। ਹਰੀ ਚੰਦ ਤਬ ਹੋਏ ਨਜੀਕਾ। ਬਾਬਾ ਹਰੀ ਚੰਦ ਜੀ ਨੇੜੇ ਆਏ। ਦਿਓ ਸਗਨ ਅਰ ਕਾਢਿਓ ਟੀਕਾ। ਬਾਬਾ ਹਰੀ ਚੰਦ ਜੀ ਨੇ ਵੀ ਛੇਵੇਂ ਪਾਤਸ਼ਾਹ ਦੀ ਝੋਲੀ 'ਚ ਸ਼ਗਨ ਪਾਇਆ ਤੇ ਮੱਥੇ ਤੇ ਸਗਾਈ ਦਾ ਤਿਲਕ ਦਿੱਤਾ। ਲੋਕ ਹਜ਼ਾਰੋਂ ਅਦਭੁਤ ਹੀਰੇ। ਹਜ਼ਾਰਾਂ ਲੋਕ ਆਲੇ ਦੁਆਲੇ ਖੜੇ ਇਸ ਅਦਭੁਤ ਨਜ਼ਾਰੇ ਨੂੰ ਵੇਖ ਰਹੇ ਨੇ। ਸਭ ਕੇ ਉਮਗਿਓ ਆਨੰਦ ਬਡੇਰੇ। ਸਭ ਦੇ ਹਿਰਦਿਆਂ 'ਚ ਆਨੰਦ ਹੀ ਆਨੰਦ ਉਮਗ ਰਿਹਾ ਹੈ। ਬੜੀ ਖੁਸ਼ੀ, ਬੜਾ ਖੇੜਾ ਪੈਦਾ ਹੋਇਆ। ਕਈ ਪਰਸਪਰ ਚੌਂਪ ਵਧਾਈ। ਆਪਸ ਵਿੱਚ ਬੜੇ ਚਾਅ ਨਾਲ ਗੱਲਾਂ ਕਰਦਿਆਂ, ਖੁਸ਼ੀ ਨਾਲ ਪ੍ਰਗਟਾਵਾ ਕਰਦਿਆਂ ਬੋਲਦੇ ਨੇ। ਇੱਕ ਤਿਆਗੇ ਭਾਈ ਦੋਏ ਸਗਾਈ। ਕਹਿੰਦੇ ਵੇਖੋ ਇੱਕ ਰਸਤਾ ਛੱਡਿਆ ਤੇ ਦੋ ਹੋ ਗਏ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ। ਕਹਿੰਦੇ ਇੱਕ ਰਿਸ਼ਤਾ, ਇੱਕ ਸਗਾਈ ਛੱਡੀ ਤੇ ਦੋ ਦੋ ਸਗਾਈਆਂ, ਦੋ ਦੋ ਨਾਤੇ ਹੋ ਗਏ ਨੇ। ਸਤਿਗੁਰ ਕੇ ਕਰ ਕਮੀ ਨਾ ਕੋਈ। ਮਹਾਰਾਜ ਜੀ ਦੇ ਘਰ 'ਚ ਨਹੀਂ ਕੋਈ ਕਮੀ ਕਿਸੇ ਵਸਤ ਦੀ। ਕਿਆ ਚੰਦੂ ਤੇ ਧਨੀ ਸੋਈ। ਕਹਿੰਦੇ ਕੀ ਹੋਣਾ ਸੀ ਚੰਦੂ ਕੋਲੋਂ, ਜੇ ਉਹ ਧਨਵਾਨ ਹੈ, ਜੇ ਉਹਦਾ ਰਿਸ਼ਤਾ ਹੋ ਵੀ ਜਾਂਦਾ ਤੇ ਕੀ ਹੋ ਜਾਣਾ ਸੀ ਉਹਦੇ ਤੋਂ। ਵੀ ਇੱਥੇ ਕਿਹੜਾ ਕੋਈ ਕਮੀ ਸੀ ਵੀ ਜਿਹੜਾ ਚੰਦੂ ਕੋਲੋਂ ਰਿਸ਼ਤਾ ਲੈ ਕੇ ਉਹਦੇ ਕੋਲੋਂ ਕੁਝ ਲੈਣਾ ਸੀ, ਤਾਂ ਇਹਨਾਂ ਵੱਡਿਆਂ ਹੋਣਾ ਸੀ। ਸਤਿਗੁਰਾਂ ਦਾ ਘਰ ਤਾਂ ਪਹਿਲਾਂ ਹੀ ਵੱਡਾ ਆ। ਚੰਦੂ ਨਾਲ ਰਿਸ਼ਤਾ ਕਰਕੇ ਕੀ ਇਹਨਾਂ ਦੇ ਘਰ ਹੋਰ ਵਧਣਾ ਸੀ। ਲੈਨੋ ਦੇਨ ਹਜ਼ਾਰਨ ਕੇਰਾ। ਇੱਥੇ ਲੈਣਾ ਦੇਣਾ ਹਜ਼ਾਰਾਂ ਦਾ ਨਿਤ ਪਹਿਲਾਂ ਹੀ ਹੁੰਦਾ। ਮਹਾਰਾਜ ਜੀ ਦੇ ਚਰਨਾਂ 'ਚ ਕਮੀ ਕੋਈ ਨਹੀਂ ਕਿਸੇ ਵਸਤੂ ਦੀ, ਧਨ ਦੀ, ਸੰਪਦਾ ਦੀ, ਵਿਭੂਤੀ ਦੀ। ਇੱਥੇ ਪਹਿਲਾਂ ਹੀ ਹਜ਼ਾਰਾਂ ਦਾ ਲੈਣ ਦੇਣ ਗੁਰੂ ਚਰਨਾਂ 'ਚ ਨਿਤ ਹੁੰਦਾ ਹੈ। ਸਭ ਤੇ ਸਤਿਗੁਰ ਸਦਨੀ ਉਚੇਰਾ। ਸਤਿਗੁਰਾਂ ਦਾ ਘਰ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਚੰਦੂ ਦਾ ਜੇ ਰਿਸ਼ਤਾ ਜੁੜ ਵੀ ਜਾਂਦਾ ਤੇ ਕੀ ਲਾਭ ਹੋਣਾ ਸੀ। ਮਹਾਰਾਜ ਜੀ ਦਾ ਘਰ ਤਾਂ ਪਹਿਲਾਂ ਹੀ ਵੱਡਿਆਂ ਤੋਂ ਵੱਡਾ, ਉੱਚਿਆਂ ਤੋਂ ਉੱਚਾ ਹੈ। ਜੇਕਰ ਤਿਸਕੇ ਹੋਵਤ ਨਾਤਾ। ਜੇਕਰ ਚੰਦੂ ਦੇ ਨਾਲ ਨਾਤਾ ਜੁੜ ਵੀ ਜਾਂਦਾ ਕਬੋਂ ਉਠਤ ਮੈਂ ਤੇ ਉਤਪਾਤਾ। ਤੇ ਫਿਰ ਵੀ ਉਤਪਾਤ ਹੀ ਹੋਣਾ ਸੀ। ਚੰਦੂ ਨੇ ਕੋਈ ਨਾ ਕੋਈ ਉਪਦਰਾ ਵੀ ਕਰਨੇ ਸੀ ਮਲੇਛ ਨੇ। ਸ਼ਾਹ ਦੀਵਾਨੀ ਤੇ ਹੰਕਾਰਾ। ਕਿਉਂਕਿ ਉਹਨੂੰ ਬਾਦਸ਼ਾਹ ਦਾ ਦੀਵਾਨ ਹੋਣ ਦਾ ਹੰਕਾਰ ਹੋਣਾ ਸੀ। ਉਹਨੇ ਹੰਕਾਰੀ ਨੇ ਹੰਕਾਰ ਦੇ ਨਾਲ ਗੁਰੂ ਘਰ ਵਿੱਚ ਆਉਣਾ ਸੀ, ਜਿਹੜਾ ਗੁਰੂ ਘਰ ਵਿੱਚ ਕਤਈ ਪ੍ਰਵਾਨ ਨਹੀਂ ਸੀ ਹੋਣਾ। ਹਾਂਜੀ, ਬੋਲੇ ਤੇ ਕਬ ਪਰਤ ਬਿਗਾਰਾ। ਜੇ ਉਹਨੇ ਕੁਝ ਬੋਲ ਕਰ ਵੀ, ਕਿਉਂਕਿ ਹੰਕਾਰੀ ਸੀ, ਅੱਜ ਤਾਂ ਉੱਥੇ ਦਿੱਲੀ ਬੋਲਿਆ, ਕੱਲ ਨੂੰ ਮਹਾਰਾਜ ਜੀ ਦੇ ਸਨਮੁਖ ਆ ਕੇ ਬੋਲਦਾ। ਹੰਕਾਰੀ ਨੇ ਇੱਥੇ ਆ ਕੇ ਜਦੋਂ ਕੋਈ ਬੋਲ ਬੋਲਣੇ ਸਨ, ਬੈਠੇ ਸਿੱਖਾਂ ਵਿੱਚੋਂ ਕਿਸੇ ਨੇ ਉਪਦਰਵ ਕਰ ਦੇਣਾ। ਹੋ ਸਕਦਾ ਕੋਈ ਸਿੱਖ ਆ ਕੇ ਚੰਦੂ ਨੂੰ ਚਾਟਾ ਛਕਾ ਦੇਵੇ। ਕਹਿੰਦੇ ਇਹ ਤਾਂ ਵਾਧਾ ਹੀ ਵਧਣਾ ਸੀ ਨਾ। ਚੰਗਾ ਹੋਇਆ, ਭਲਾ ਹੋਇਆ ਕਿ ਉਹ ਮਲੇਛ ਦਾ ਗੁਰੂ ਘਰ ਵਿੱਚ ਆਉਣਾ ਹੀ ਨਹੀਂ ਹੋਇਆ। ਹਾਂਜੀ, ਸਹੀ ਨ ਗੁਰੂ ਬਾਕੇ ਹੰਕਾਰੀ। ਕਿਉਂਕਿ ਹੰਕਾਰੀ ਨੇ ਹੰਕਾਰ ਵਿੱਚ ਬੋਲ ਬੋਲਣੇ ਸੀ, ਜਿਹੜੇ ਗੁਰੂ ਘਰ 'ਚ ਸਹਿ ਨਹੀਂ ਸਨ ਜਾਣੇ। ਚੰਦੂ ਹਿਰਦੇ ਅਸ਼ਰਦਾ ਧਾਰੀ। ਚੰਦੂ ਲਾਲ ਦੇ ਮਨ ਵਿੱਚ ਅਸ਼ਰਦਾ ਸੀ, ਨਸ਼ਰਦਕ ਸੀ। ਜਾਂ ਤੇ ਭਲੋ ਪਇਓ ਬਖਿਆਤਾ। ਕਹਿੰਦੇ ਭਲਾ ਹੀ ਹੋਇਆ। ਪਹਿਲਾਂ ਤਾਂ ਇੱਕ ਵਾਰੀ ਅਸੀਂ ਸਾਰੇ ਸਿੱਖ ਸੋਚਦੇ, ਕਹਿੰਦੇ ਅਸੀਂ ਸੋਚਿਆ ਵੀ ਠੀਕ ਨਹੀਂ ਹੋਇਆ, ਪਰ ਹੁਣ ਸੋਚਦੇ ਆ ਚੰਗਾ ਹੀ ਹੋਇਆ, ਭਲਾ ਹੀ ਹੋਇਆ ਵੀ ਹੰਕਾਰੀ ਦਾ ਗੁਰੂ ਘਰ ਨਾਲ ਨਾਤਾ ਨਹੀਂ ਜੁੜਿਆ। ਦੋ ਗੁਰੂ ਘਰ ਦੇ ਨਿਮਾਣੇ ਸੇਵਕ ਬਾਬਾ ਨਰੈਣ ਦਾਸ ਜੀ ਔਰ ਬਾਬਾ ਹਰੀ ਚੰਦ ਜੀ ਨੂੰ ਗੁਰੂ ਚਰਨਾਂ 'ਚ ਥਾਂ ਮਿਲ ਗਈ ਹੈ।
ਮਹਾਰਾਜ ਜੀ ਦੇ ਚਰਨਾਂ 'ਚ ਮਾਣ ਮਿਲ ਗਿਆ ਹੈ लियो न तिस तनु जाको नाता ਔਰ ਉਹਦੀ ਤਨਜਾ ਦਾ ਲੜਕੀ ਦਾ ਰਿਸ਼ਤਾ ਨਹੀਂ ਲਿਆ तत छिन जुग नाते होए गए ਔਰ ਉਸੇ ਵੇਲੇ ਵੇਖਦਿਆਂ ਵੇਖਦਿਆਂ ਦੋ ਰਿਸ਼ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੋ ਗਏ ਨੇ कहीं परस्पर हरकत पाए ਤਾਂ ਸਾਰੇ ਸਿੱਖ ਸੰਗਤ ਆਪਸ ਵਿੱਚ ਗੱਲਾਂ ਕਰਦੇ ਖੁਸ਼ੀ ਮਨਾਉਂਦੇ जन गन रंकन सुर तर लियो ਕਹਿੰਦੇ ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਬੰਦੇ ਨੂੰ ਕਲਪ ਬ੍ਰਿਛ ਮਿਲ ਗਿਆ ਹੋਵੇ ਤੇ ਜਿਵੇਂ ਕਿਸੇ ਭਿਖਾਰੀ ਨੂੰ ਕਲਪ ਬ੍ਰਿਛ ਮਿਲ ਜੇ ਤੇ ਖੁਸ਼ੀ ਹੁੰਦੀ ਹੈ ਨਾ ਏਦਾਂ ਗੁਰੂ ਕੇ ਸਿੱਖਾਂ ਨੂੰ ਖੁਸ਼ੀ ਹੋਈ ਏਦਾਂ ਗੁਰਸਿੱਖਾਂ ਦੇ ਹਿਰਦੇ 'ਚ ਆਨੰਦ ਵਰਤਿਆ छीन सबन ते पुन तिन दियो ਕਹਿੰਦੇ ਮਾਨੋ ਜਿਵੇਂ ਕਿਸੇ ਕੋਲ ਕੋਈ ਕੀਮਤੀ ਸੁਰਤਰ ਸੀ ਉਹ ਖੋਹ ਕੇ ਸਿੱਖਾਂ ਨੂੰ ਦੇ ਦਿੱਤਾ ਹੋਵੇ बोई किदो आनंद की बारी ਜਾਂ ਇਦਾਂ ਕਹਿ ਲੋ ਵੀ ਆਨੰਦ ਦੀ ਬਗੀਚੀ ਪੈਦਾ ਹੋ ਗਈ ਗੁਰੂ ਘਰ 'ਚ ਸਿੱਖਾਂ ਦੇ ਰੂਪ 'ਚ ਇਹ ਆਨੰਦ ਦੀ ਫੁਲਵਾੜੀ ਖਿੜ ਗਈ सूकत होती सींच बरबारी ਜਿਹੜੀ ਪਹਿਲਾਂ ਸੁੱਕ ਚੱਲੀ ਸੀ ਤੇ ਫਿਰ ਮਹਾਰਾਜ ਜੀ ਨੇ ਮੀਂਹ ਪਾ ਦਿੱਤਾ ਕਿਰਪਾ ਦਾ ਤੇ ਹਰੀ ਭਰੀ ਕਰ ਦਿੱਤੀ ਹੈ इस प्रकार मंगल पुन होयो ਤਾਂ ਗੁਰੂ ਘਰ ਵਿੱਚ ਫੇਰ ਉਸੇ ਤਰ੍ਹਾਂ ਮੰਗਲ ਹੋਏ ਫੇਰ ਉਸੇ ਤਰ੍ਹਾਂ ਸ਼ਾਦੀਆਂ ਹੋਈਆਂ ਫੇਰ ਉਸੇ ਤਰ੍ਹਾਂ ਹੀ ਖੁਸ਼ੀ ਮਨਾਈ ਗਈ सकल समाज आनंद कर जोयो ਸਾਰੇ ਘਰ ਦੇ ਆਨੰਦ ਸਹਿਤ ਸਾਰਾ ਸਮਾਜ ਉਸੇ ਤਰ੍ਹਾਂ ਵਧਿਆ ਮਠਿਆਈਆਂ ਵੰਡੀਆਂ ਗਈਆਂ हरकत चित गावत पिक बैनी ਔਰ ਉਸੇ ਤਰ੍ਹਾਂ ਜਿਹੜੀਆਂ ਇਸਤਰੀਆਂ ਪਹਿਲਾਂ ਗਾ ਰਹੀਆਂ ਸੀ ਮੰਗਲਾਚਾਰ ਚੁੱਪ ਹੋ ਗਈਆਂ ਸਨ ਹੁਣ ਉਹ ਫੇਰ ਗਾਉਣ ਲੱਗੀਆਂ ਮਹਾਰਾਜ ਜੀ ਦੀ ਸਿਫਤ ਨੂੰ उमग उमग कर पंकज नैनी ਔਰ ਉਮਗ ਕੇ ਗਾਉਂਦੇ ਹਨ ਮਹਾਰਾਜ ਜੀ ਦੀ ਸਿਫਤ ਨੂੰ नौबत बाजत सैत नफीरन ਮਹਾਰਾਜ ਜੀ ਦੇ ਦਰਾਂ ਤੇ ਨੌਬਤਾਂ ਵੱਜਦੀਆਂ ਨੇ ਨਫੀਰੀਆਂ ਵੱਜਦੀਆਂ ਨੇ ਸ਼ਹਿਨਾਈਆਂ ਵੱਜਦੀਆਂ ਨੇ बोलत पाट सुजस विस्तीरन ਪੱਟ ਖਲੋਤੇ ਮਹਾਰਾਜ ਜੀ ਦਾ ਜਸ ਕਰਦੇ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਕਰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਕਰਦੇ ਕਬਿਤ ਤੇ ਸਵਈਏ ਉਚਾਰ ਕੇ तंबूरा मृदंग बजावत ਪੂਰੇ ਵੱਜਦੇ ਨੇ ਮਿਰਦੰਗ ਵੱਜਦੇ ਹਨ गीत कलावत गावत पावत ਜਿਹੜੇ ਕਲਾਵਤ ਨੇ ਉਹ ਕਲਾਵਾਂ ਵਿਖਾਉਂਦੇ ਗੀਤ ਗਾਉਂਦੇ डोम आद मंगत जन सारे ਬਹੁਤ ਸਾਰੇ ਮਰਾਸ਼ੀ ਤੇ ਮੰਗਤੇ ਜਨ ਆਏ ਹਨ सतगुर को जयकार उचारे ਆ ਕੇ ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਗੁੰਜਾਉਂਦੇ ਹਨ ले आयस तब उठे मसंद ਮਹਾਰਾਜ ਜੀ ਦੀ ਆਗਿਆ ਲੈ ਕੇ ਮਸੰਦ ਉੱਠੇ ਹਨ मोदक तरे पतासे बृंद ਕਹਿੰਦੇ ਜਿਹੜੇ ਲੱਡੂ ਤੇ ਪਤਾਸੇ ਪਏ ਸਨ मिश्री के बोथार सुधारे ਮਿਸ਼ਰੀ ਨਾਲ ਥਾਲ ਭਰੇ ਪਏ ਸਨ मेवा गरी बादाम छुहारे ਜਿਨ੍ਹਾਂ 'ਚ ਕਈ ਤਰ੍ਹਾਂ ਦੇ ਮੇਵੇ ਗਰੀਆਂ ਬਦਾਮ ਛੁਹਾਰੇ ਇਹ ਸਭ ਪਏ ਹੋਏ ਸੀ सब बरताए सभा मजारे ਸਾਰੀ ਸੰਗਤ ਵਿੱਚ ਸਾਰੀ ਸਮੱਗਰੀ ਜਿਹੜੀ ਆ ਉਹ ਵਰਤਾਈ ਆ ਪ੍ਰਸ਼ਾਦ ਵਜੋਂ पर पर अंजुल दे जन सारे ਕਹਿੰਦੇ ਮੁੱਠਾਂ ਭਰ ਭਰ ਕੇ ਝੋਲੀਆਂ 'ਚ ਪਾਈਆਂ ਇੰਨਾ ਖੁੱਲਾ ਗੱਫਾ ਵਰਤਾਇਆ अधिक पीर हेरी गुर जबे ਮਹਾਰਾਜ ਜੀ ਨੇ ਜਦੋਂ ਵੇਖਿਆ ਵੀ ਬਹੁਤ ਜ਼ਿਆਦਾ ਸੰਗਤ ਹੈ ਜਦੋਂ ਪ੍ਰਸ਼ਾਦ ਵਰਤਦਾ ਸੁਭਾਵਿਕ ਇੱਕਦਮ ਹਲਚਲ ਹੁੰਦੀ ਹੈ गन बरता वेला ये तबे ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਵਰਤਾਰੇ ਜ਼ਿਆਦਾ ਲੱਗ ਜੋ ਵੀ ਛੇਤੀ ਵਰਤ ਜਾਏ ਸਾਰਿਆਂ 'ਚ ਮਹਾਰਾਜ ਜੀ ਨੇ ਹੁਕਮ ਕਰਕੇ ਜ਼ਿਆਦਾ ਵਰਤਾਰੇ ਲਾ ਦਿੱਤੇ सबको पहुंचे के सुनाई ਹੁਕਮ ਕੀਤਾ ਵੀ ਕੋਈ ਰਹਿ ਨਾ ਜਾਵੇ ਸਾਰਿਆਂ ਨੂੰ ਪ੍ਰਸ਼ਾਦ ਮਿਲੇ बरती तुरत समूह मिठाई ਕਹਿੰਦੇ ਤੁਰਤ ਫੁਰਤੀ ਸਾਰਿਆਂ 'ਚ ਮਠਿਆਈ ਮੇਵੇ ਮਿਸ਼ਰੀ ਪਤਾਸੇ ਲੱਡੂ ਵਰਤਣ ਲੱਗੇ सबई तन धन गुर कहे ਜਿਨ੍ਹਾਂ ਨੂੰ ਪ੍ਰਸ਼ਾਦ ਮਿਲਦਾ ਸਭ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਨਾਲੇ ਕਹਿੰਦੇ ਧੰਨ ਬਾਬਾ ਨਰੈਣ ਦਾਸ ਜੀ ਧੰਨ ਨੇ ਬਾਬਾ ਹਰੀ ਚੰਦ ਜੀ ਜਿਨ੍ਹਾਂ ਦਾ ਗੁਰੂ ਘਰ ਨਾਲ ਰਿਸ਼ਤਾ ਜੁੜਿਆ तुमरे सम तुम ही प्रभ आए ਨਾਲੇ ਕਹਿੰਦੇ ਸਤਿਗੁਰੂ ਤੁਹਾਡੇ ਵਰਗੇ ਤੁਸੀਂ ਹੋ ਤੁਹਾਡੇ ਵਰਗਾ ਹੋਰ ਨਹੀਂ ਹੈ ਕੋਈ
ਤੁਹਾਡੇ ਵਰਗੇ ਤੁਸੀਂ ਹੋ ਮੇਰੇ ਪਾਤਸ਼ਾਹ। ਸ਼੍ਰੀ ਅਰਜਨ ਸਭ ਲਾਗ ਦਿਵਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਜਿਹੜੇ ਲਾਗੀ ਆਏ ਉਹਨਾਂ ਨੂੰ ਸਭ ਨੂੰ ਲਾਗ ਦਿਵਾਇਆ। ਦਾਨ ਮਾਨ ਦੇ ਕਰ ਹਰ ਖਾਏ। ਸਭ ਨੂੰ ਦਾਨ ਮਾਨ ਦਿੱਤਾ। ਜਿਹੜੇ ਮਰਾਸ਼ੀ ਕਲਾਵਤ ਭੱਟ ਸਭ ਨੂੰ ਦਾਨ ਦੇ ਕੇ ਨਿਵਾਜਿਆ। ਆਨੰਦ ਉਦਤ ਜਨ ਵਧਿਓ ਅਨੰਤ। ਕਹਿੰਦੇ ਆਨੰਦ ਦਾ ਸਮੁੰਦਰ ਹੀ ਮਨ ਉਛਲਿਆ ਆਨੰਦ ਦੇ ਰੂਪ ਵਿੱਚ। ਸਿੱਖ ਸੰਗਤ ਨਰ ਭੇ ਜਲ ਜੰਤ। ਤੇ ਜਿੰਨੇ ਸਿੱਖ ਨੇ ਮਨ ਉਸ ਆਨੰਦ ਦੇ ਸਮੁੰਦਰ ਦੇ ਜਲ ਜੰਤ ਹੋ ਗਏ। ਉਦਿਓ ਆਨੰਦ ਚੰਦ ਕੈ ਅਬੇ। ਜਾਂ ਏਦਾਂ ਕਹਿ ਲੋ ਵੀ ਆਨੰਦ ਦਾ ਚੰਦਰਮਾ ਉਦੇ ਹੋਇਆ। ਕੁਮਦ ਚਕੋਰ ਪਏ ਨਰ ਸਬੇ। ਜਿੰਨੇ ਗੁਰਸਿੱਖ ਨੇ ਉਹ ਕੁਮਦ ਦੇ ਫੁੱਲ ਤੇ ਚਕੋਰਾਂ ਸਮ ਹੋ ਗਏ ਨੇ। ਚੰਦੂ ਕੇ ਲਾਗੀ ਜੇ ਦੋਏ। ਜਿਹੜੇ ਚੰਦੂ ਦੇ ਦੋ ਲਾਗੀ ਬੈਠੇ ਸੀ, ਇੱਕ ਨਾਈ ਤੇ ਇੱਕ ਪੁਰੋਹਿਤ ਆਇਆ ਹੋਇਆ। ਚਕਵਾ ਸਮ ਦੁਖ ਪ੍ਰਾਪਤ ਸੋਏ। ਚਕਵਿਆਂ ਵਾਂਗੂ ਦੁਖੀ ਹੋ ਰਹੇ। ਚੰਨ ਨੂੰ ਵੇਖ ਕੇ ਚਕੋਰਾਂ ਖੁਸ਼ ਹੁੰਦੀਆਂ, ਚਕਵੇ ਦੁਖੀ ਹੁੰਦੇ। ਉਹ ਦੋਵੇਂ ਕੱਲੇ ਚਕਵੇ ਨੇ। ਸਿੱਖ ਚਕੋਰ ਬਣ ਕੇ ਖੁਸ਼ੀ ਮਨਾ ਰਹੇ ਨੇ, ਉਹ ਬੜੇ ਦੁਖੀ ਜੇ ਹੋ ਕੇ ਧੌਣਾ ਸੁੱਟ ਕੇ ਬੈਠੇ ਐ ਕਿ ਚੰਦੂ ਦੇ ਬੋਲ ਵਿਗਾੜ ਕਰਕੇ ਕਿੰਨਾ ਨੁਕਸਾਨ ਹੋਇਆ। ਹਾਂਜੀ, ਲਖ ਅਨੁਚਿਤ ਗੁਰ ਹਿਰਦੇ ਵਿਚਾਰਾ। ਮਹਾਰਾਜ ਜੀ ਨੇ ਫਿਰ ਵਿਚਾਰ ਕੀਤੀ ਵੀ ਇਹ ਜਿਹੜੇ ਬੈਠੇ ਨੇ ਅਨੁਚਿਤ ਹੋਇਆ ਇਹਨਾਂ ਨਾਲ। ਤਿੰਨ ਦੋ ਇਨ ਕੋ ਨਿਕਟ ਆਕਾਰਾ। ਮਹਾਰਾਜ ਜੀ ਨੇ ਨਾ ਦੋਨਾਂ ਨੂੰ ਪ੍ਰੇਮ ਨਾਲ ਕੋਲ ਸੱਦਿਆ। ਸਮੇਂ ਹਰਕ ਕੋ ਸਭ ਹਰ ਖਾਏ। ਮਹਾਰਾਜ ਜੀ ਨੇ ਆਖਿਆ ਖੁਸ਼ੀ ਦਾ ਸਮਾਂ ਹੈ, ਪੰਡਤ ਜੀ ਸਭ ਪ੍ਰਸੰਨ ਨੇ। ਤੁਮ ਮਨ ਭੰਗ ਸਚਿੰਤ ਦਸਾਏ। ਤੁਹਾਡਾ ਮਨ ਟੁੱਟਿਆ ਹੋਇਆ ਤੇ ਤੁਸੀਂ ਚਿੰਤਾ ਵਿੱਚ ਹੋ। ਲਿਓ ਧਨ ਗਨ ਮਨ ਆਨੰਦ ਕਰੀਜੇ। ਫਿਕਰ ਨਾ ਕਰੋ, ਤੁਹਾਨੂੰ ਵੀ ਮਾਇਆ ਦਿੰਨੇ ਆ। ਹੁਕਮ ਕੀਤਾ ਕਿ ਇਹਨਾਂ ਨੂੰ ਵੀ ਲਾਗ ਦਿਓ। ਇਹਨਾਂ ਦਾ ਤਾਂ ਕੋਈ ਦੋਸ਼ ਨਹੀਂ, ਸਬਰ ਕਰਕੇ ਆਇਆ। ਦੋਸ਼ੀ ਤਾਂ ਚੰਦੂ ਹੈ। ਮਹਾਰਾਜ ਜੀ ਨੇ ਆਖਿਆ ਤੁਸੀਂ ਮਨ ਨਾ ਭੰਗ ਕਰੋ, ਤੁਸੀਂ ਵੀ ਧਨ ਲਓ, ਗੁਰੂ ਖਜ਼ਾਨੇ 'ਚ ਕੋਈ ਕਮੀ ਨਹੀਂ। ਚੰਦੂ ਕੋ ਬਿਰਤੰਤ ਕਹਿ ਦੀਜੇ। ਚੰਦੂ ਨੂੰ ਜਾ ਕੇ ਸਾਰੀ ਗੱਲ ਦੱਸ ਦਿਓ। ਜੋ ਸੰਜੋਗ ਵਿਧਾਤਾ ਜੋਰੰ। ਕਿ ਬੰਦੇ ਦੇ ਵਸ ਨਹੀਂ ਹੈ ਕੁਝ, ਵਿਧਾਤੇ ਨੇ ਜਿਹਦਾ ਜਿਹਦਾ ਸੰਜੋਗ ਜਿੱਥੇ ਜੋੜਿਆ ਉੱਥੇ ਹੀ ਜੁੜਦਾ ਹੈ। ਸੋਈ ਓਏ ਨਾ ਕਿਸ ਕੋ ਜੋਰੰਗ। ਉਹੀ ਹੁੰਦਾ, ਕਿਸੇ ਦੇ ਵਸ ਨਹੀਂ, ਕਿਸੇ ਦਾ ਜ਼ੋਰ ਨਹੀਂ, ਅਕਾਲ ਪੁਰਖ ਦੇ ਜ਼ੋਰ ਨਾਲ ਵਰਤਦਾ ਹੈ। ਤਿਜਨੇ ਕਿਉ ਜੋਗਤਾ ਨਾਈ। ਅੱਗੋਂ ਫਿਰ ਬੋਲਿਆ ਉਹ ਪੰਡਤ, ਕਹਿੰਦਾ ਜੀ ਮੈਂ ਹੁਣ ਕਿਹੜੇ ਮੂੰਹ ਨਾਲ ਲਾਗ ਲਵਾਂ। ਇੱਥੋਂ ਲੈ ਕੇ ਜਾ ਕੇ ਚੰਦੂ ਕੋਲ ਲੇਖਾ ਦੇਣਾ ਪੈਣਾ ਜੇ ਉਹਨੂੰ ਲੱਗ ਗਿਆ ਪਤਾ ਵੀ ਮੈਂ ਲਾਗ ਲੈ ਕੇ ਚੱਲਿਆ। ਮਹਾਰਾਜ ਜੀ ਮੇਰੇ ਲਈ ਯੋਗ ਨਹੀਂ ਲਾਗ ਲੈਣਾ। ਜੇ ਸੰਬੰਧ ਤੁਮ ਤੇ ਹੋਏ ਜਾਈ। ਜੇ ਰਿਸ਼ਤਾ ਹੋ ਜਾਂਦਾ, ਸੰਬੰਧ ਜੁੜ ਜਾਂਦਾ, ਤੋ ਲੈ ਬੋ ਹਮ ਕੋ ਬਨ ਜਾਏ। ਫਿਰ ਤਾਂ ਮਹਾਰਾਜ ਮੈਂ ਰੱਜ ਰੱਜ ਲੈ ਕੇ ਜਾਣਾ ਸੀ, ਫਿਰ ਸਾਡਾ ਹੱਕ ਵੀ ਬਣਦਾ ਸੀ। ਇਮਨੇ ਲੈ ਦਿਓ ਸਮੁਦਾਏ। ਮਹਾਰਾਜ ਏਦਾਂ ਨਹੀਂ ਅਸੀਂ ਲੈਣਾ, ਬਾਕੀਆਂ ਨੂੰ ਤੁਸੀਂ ਦਿਓ। ਇਸ ਵਿਦ ਜਥਾ ਜੋਗ ਸਭ ਕੀਨ। ਤੋ ਸਤਿਗੁਰੂ ਜੀ ਆਖਿਆ ਪੰਡਤ ਜੀ ਜਿਵੇਂ ਤੁਹਾਡੀ ਖੁਸ਼ੀ। ਹਾਂਜੀ, ਸ਼੍ਰੀ ਅਰਜਨ ਸਤਿਗੁਰੂ ਪ੍ਰਬੀਨ। ਸਾਰੀ ਸਗਾਈ ਦੀ ਮਰਿਆਦਾ ਮਹਾਰਾਜ ਜੀ ਨੇ ਜਥਾ ਯੋਗ ਸੰਪੂਰਨ ਕੀਤੀ। ਸੁਤ ਕੋ ਆਇਸ ਉਠ ਬੇਦਈ। ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਠਣ ਦੀ ਆਗਿਆ ਦਿੱਤੀ। ਸਭਾ ਸਰਬ ਨਿਜ ਨਿਜ ਥਲ ਗਈ। ਸਾਰੀ ਸਭਾ ਉੱਠ ਕੇ ਆਪੋ ਆਪਣੇ ਥਾਵਾਂ ਨੂੰ ਪ੍ਰਸਥਾਨ ਹੋਈ। ਛੇਵੇਂ ਪਾਤਸ਼ਾਹ ਆਪਣੇ ਮਹਿਲਾਂ 'ਚ ਆਏ। ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਤੋ ਪ੍ਰੇਮ ਖਿਲਨ ਕਾ ਚਾਓ। ਜੋ ਤੋ ਪ੍ਰੇਮ ਖਿਲਨ ਕਾ ਚਾਓ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਤੋ ਪ੍ਰੇਮ ਖਿਲਨ ਕਾ ਚਾਓ। ਜੋ ਤੋ ਪ੍ਰੇਮ ਖਿਲਨ ਕਾ ਚਾਓ। ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ। ਤਰ ਤਲੇ ਗਲੇ ਮੇਰੀ ਆਓ। ਸਿਰ ਤਰ ਤਲੇ ਗਲੇ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ ਜੈ। ਮਾਰਗ ਪੈਰ ਤਰੀ
ਦੀਜੈ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਸਿਰ ਦੀਜੈ ਕਾਣ ਨ ਕੀਜੈ ਦੀਜੈ ਕਾਣ ਨ ਕੀਜੈ ਸਿਰ ਦੀਜੈ ਕਾਣ ਨ ਕੀ ਵਾਹਿਗੁਰੂ 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 हे अच्युत हे पार ब्रह्म ਅਬਨਾਸੀ ਅਗਨਾਸ हे पूरन हे सर्वमय ਦੁਖ ਭੰਜਨ ਗੁਣ ਤਾਸ हे संगी हे निरंकार हे ਨਿਰਗੁਣ ਸਭ ਟੇਕ हे गोविंद हे गुण निधान ਜਾਂ ਕੀ ਸਦਾ ਬਬੇਕ हे अपरंपर हर हरे ਹੈ ਪੀਓ ਅਣਹਾਰ हे संत कै सदा संग ਨਿਧਾਰਾ ਆਧਾਰ हे ठाकुर हों दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋਈ ਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤੇ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰਨਾਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।